ਮੋਦੀ ਸਾਹਿਬ ਨੇ ਟੈਲੀਵਿਜ਼ਨ ਦੇ ਉੱਤੇ ਆ ਕੇ ਕਹਿ ਦਿੱਤਾ, ਨੱਡਾ ਸਾਹਿਬ ਨੇ ਆ ਕੇ ਕਹਿਤਾ ਕਿ ਅਸੀਂ ਐਕਟ ਦੇ ਵਿੱਚ ਕੁਛ ਐਕਟ ਨੂੰ ਤਾਂ ਲਾਗੂ ਹੋ ਗਿਆ, ਇਹਨੂੰ ਅਸੀਂ ਕੁਝ ਕਰਨਾ ਹੀ ਨਹੀਂ। ਪਰ ਜਿਹੜਾ ਹੁਣ ਫੌਰੀ ਤੌਰ ਤੇ ਮਾਮਲਾ ਸਾਹਮਣੇ ਆਇਆ, RDF ਪਿੰਡੂ ਵਿਕਾਸ ਫੰਡ 1700 ਕਰੋੜ ਰੁਪਏ ਤੋਂ ਉੱਪਰ ਦਾ ਪੈਸਾ ਜਿਹੜਾ ਪੰਜਾਬ ਦਾ ਰੋਕ ਲਿਆ ਗਿਆ। ਬੀਜੇਪੀ ਦੇ ਪ੍ਰਵਕਤਾ ਨੇ ਕਹਿਣਾ ਆ ਕਿ ਜੀ ਉਹ ਤਾਂ ਜੀ ਐਕਟ ਬਹੁਤ ਵਧੀਆ ਜੀ, ਉਹ ਤਾਂ ਜੀ ਇਸ ਤੋਂ ਤਾਂ ਵਧੀਆ ਕੁਝ ਹੈ ਹੀ ਨਹੀਂ, ਮੋਦੀ ਸਾਹਿਬ ਨੇ 22 ਤੱਕ ਇਨਕਮ ਡਬਲ ਕਰ ਦੇਣੀ ਹੈ। ਮੈਨੂੰ ਨਹੀਂ ਅੱਜ ਤੱਕ ਸਮਝ ਲੱਗੀ, ਭਾਈ ਸਾਹਿਬ ਬੈਠੇ ਨੇ ਦੱਸ ਦੇਣ ਕਿ ਜੇ ਯੂਪੀ ਵਿੱਚ, ਬਿਹਾਰ ਵਿੱਚ, ਮੱਧਿਆ ਪ੍ਰਦੇਸ਼ ਵਿੱਚ, ਮਹਾਰਾਸ਼ਟਰ ਵਿੱਚ, ਤਾਮਿਲਨਾਡੂ, ਓਡੀਸ਼ਾ ਚ, ਆਂਧਰਾ ਦੇ ਵਿੱਚ ਜੇ ਕਣਕ 12 ਤੋਂ 1400 ਤੇ ਝੋਨਾ 1200 ਤੋਂ 1400 ਦੇ ਵਿੱਚ ਵਿਕਦਾ ਤੇ ਪੰਜਾਬ 'ਚ ਵੱਧ ਕਿੱਥੋਂ ਵਿਕ ਜੂਗਾ। ਜਿਹੜਾ ਜੀ ਕਹਿ ਰਹੇ ਕਿ ਬੇਸ਼ੱਕ CBI ਤੋਂ ਕਿਸੇ ਤੋਂ ਇਨਕੁਆਇਰੀ ਕਰਾਓ, ਪਰ ਇਸ ਤਰ੍ਹਾਂ ਜਿਹੜਾ ਫੰਡ ਰੋਕ ਲੈਣੇ ਉਹਦੇ ਨਾਲ ਤਾਂ ਨੱਕ 'ਚ ਦਮ ਕਰਨ ਵਾਲੀ ਗੱਲ ਹੈ ਨਾ। ਉਹ ਕਹਿੰਦੇ ਕਿ ਫੰਡ ਤੁਸੀਂ ਰੋਕ ਲਿਆ, ਰੋਕਣ ਨੂੰ ਕੋਈ ਕੇਂਦਰ ਸਰਕਾਰ ਥੋੜਾ ਕਰ ਰਹੀ ਹੈ ਜੀ, ਉਸ ਨੂੰ ਉਹਦਾ ਹਿਸਾਬ ਦੱਸ ਦੇਣ, ਲੈ ਲੈਣ। ਉਹਦੇ 'ਚ ਕੀ ਆ ਹਿਸਾਬ ਪੁੱਛਣ 'ਚ? ਜੇ ਤੁਸੀਂ ਖਰਚ ਹੀ ਨਹੀਂ ਠੀਕ ਜਗ੍ਹਾ ਕਰ ਰਹੇ ਤਾਂ ਕੀ ਹਰਜ ਕੀ ਆ? ਇਹਦਾ ਮਤਲਬ ਪੰਜਾਬ ਦਾ ਨੁਕਸਾਨ ਹੋ ਗਿਆ ਜੇ ਸਹੀ ਹਿਸਾਬ ਪੁੱਛ ਲਿਆ। ਪਹਿਲਾਂ ਬਾਦਲ ਸਾਹਿਬ ਦੇ ਟਾਈਮ ਪੁੱਛਿਆ ਸੀ ਤੇ ਉਸ ਵੇਲੇ ਤੋਂ ਹੁਣ ਤੱਕ ਨਹੀਂ ਦਿੱਤਾ ਗਿਆ। ਅਸਲੀ ਗੱਲ ਆ, ਚਾਹੇ ਚਲੋ ਆਪਾਂ ਕੱਲਾ ਅਡਵਾਨੀ ਤੇ ਉਹੀ ਨਹੀਂ ਹੈਗੇ, ਅਡਾਨੀ ਹੋਰ ਇਹੋ ਜਿਹੇ ਟ੍ਰੇਡਰ ਬੜੇ ਨੇ। ਅੱਛਾ, ਅੱਜ ਜਿੱਦਣ ਦਾ ਇਹ ਐਕਟ ਬਣਾਇਆ ਉਸ ਤੋਂ ਬਾਅਦ ਕਿਸਾਨ ਵੀਰ ਸੜਕਾਂ ਤੇ ਬੈਠੇ ਨੇ। ਬੀਜੇਪੀ ਦੇ ਲੀਡਰ ਸਾਹਿਬਾਨ ਕਦੇ ਇਹਨਾਂ ਨੂੰ ਕੁਝ ਬੋਲਦੇ ਨੇ, ਕਦੇ ਵਿਚੋਲੀਓ ਕਹਿੰਦੇ ਨੇ, ਕਦੇ ਕਹਿੰਦੇ ਨੇ ਇਹ ਕਿਸਾਨ ਨਹੀਂ ਬੈਠੇ, ਕਿਸਾਨ ਤਾਂ ਮੰਡੀਆਂ 'ਚ ਬੈਠੇ ਨੇ, ਇਹ ਤਾਂ ਕਾਂਗਰਸ ਸਰਕਾਰ ਨੇ ਜਾਂ ਦੂਜੀਆਂ ਪਾਰਟੀਆਂ ਨੇ ਪੰਜਾਬ ਦੀਆਂ ਨੇ, ਕੋਈ ਹੋਰ ਹੀ ਬੰਦੇ ਬਿਠਾਏ ਹੋਏ। ਜਿਹੜਾ ਪੰਜਾਬ ਪਹਿਲਾਂ ਹੀ ਭੁੱਖ ਨੰਗ ਨਾਲ ਘੁਲ ਰਿਹਾ ਹੈ, 1700 ਕਰੋੜ ਰੁਪਇਆ ਉਸਦਾ ਰੋਕ ਦਿੱਤਾ ਗਿਆ। ਕਿਸਾਨੀ ਦਾ ਮੁੱਦਾ ਵੀ ਵੱਖਰੇ ਤੌਰ ਤੇ ਆਪਾਂ ਜਾਣਦੇ ਹਾਂ, ਹਰ ਰੋਜ਼ ਇਸ ਮੁੱਦੇ ਤੇ ਜਿੱਦਾਂ ਵੈਦ ਜੀ ਨੇ ਕਿਹਾ ਆਪਾਂ ਡਿਬੇਟਾਂ ਕਰ ਰਹੇ ਹਾਂ। ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹ ਖਾਤੇ ਦਾ ਨਾਮ ਹੈ, ਅਕਾਊਂਟ ਦਾ ਨਾਮ ਹੈ, ਤੇ ਰੂਰਲ ਡਿਵੈਲਪਮੈਂਟ ਫੀ ਹੈ ਜਿਹੜੀ ਕੇਂਦਰ ਸਰਕਾਰ ਰੋਕ ਕੇ ਬੈਠ ਗਈ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੀਆਂ ਵੱਖ-ਵੱਖ ਰਾਜਸੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਮੈਦਾਨ ਦੇ ਵਿੱਚ ਡਟੀਆਂ ਹੋਈਆਂ। ਦੂਜੇ ਪਾਸੇ ਕੇਂਦਰ ਵੱਲੋਂ ਪੰਜਾਬ ਪ੍ਰਤੀ ਵਤੀਰਾ ਹੋਰ ਸਖਤ ਹੁੰਦਾ ਜਾ ਰਿਹਾ ਹੈ। 2 ਦਿਨ ਪਹਿਲਾਂ ਕੇਂਦਰ ਨੇ ਮਾਲ ਗੱਡੀਆਂ ਦੀ ਆਵਾਜਾਈ ਪੰਜਾਬ ਦੇ ਲਈ ਰੋਕ ਦਿੱਤੀ। ਜਿਹੜਾ ਤਾਜ਼ਾ ਹੁਣ ਹੁਕਮ ਆਇਆ ਉਹਦੇ ਮੁਤਾਬਕ ਪਿੰਡੂ ਵਿਕਾਸ ਫੰਡ ਦਾ ਤਕਰੀਬਨ 1700 ਕਰੋੜ ਰੁਪਏ ਤੋਂ ਉੱਪਰ ਜਿਹੜਾ ਬਣਦਾ ਪੈਸਾ ਪੰਜਾਬ ਦਾ ਉਹ ਰੋਕ ਦਿੱਤਾ ਗਿਆ। ਐਸੀ ਗੱਲ ਨਹੀਂ, ਵਜ੍ਹਾ ਵੀ ਫਰਮਾਈ ਗਈ ਹੈ। ਕਿਹਾ ਇਹ ਗਿਆ ਕਿ ਪਹਿਲੇ ਪੈਸੇ ਦਾ ਹਿਸਾਬ ਕਿਤਾਬ ਦਿਓ ਮਿੱਤਰੋ, ਫੇਰ ਹੀ ਜਿਹੜਾ ਹੈਗਾ ਅਗਲਾ ਪੈਸਾ ਜਾਰੀ ਹੋਏਗਾ। ਇਸ ਮੁੱਦੇ ਤੇ ਪੰਜਾਬ ਦੀਆਂ ਵੱਖ-ਵੱਖ ਰਾਜਸੀ ਧਿਰਾਂ ਵੱਲੋਂ ਤਿੱਖਾ ਪ੍ਰਤੀਕਰਮ, ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਜਿਹੜਾ ਪੰਜਾਬ ਦੇ ਇੱਕ ਆਵਾਜ਼ ਜਿਹੜੀ ਇਹ ਵੀ ਉੱਭਰ ਰਹੀ ਹੈ ਕਿ ਪੰਜਾਬ ਦਾ ਮਾਹੌਲ ਵਿਗੜ ਰਿਹਾ ਹੈ। ਕੌਣ ਪੰਜਾਬ ਨੂੰ ਨਜ਼ਰ ਲਾ ਰਿਹਾ ਹੈ? ਕੌਣ ਹੈ ਪੰਜਾਬ ਦਾ ਬੇੜਾ ਗਰਕ ਕਰਨ ਦੇ ਲਈ ਜ਼ਿੰਮੇਵਾਰ? ਇਹਨਾਂ ਮੁੱਦਿਆਂ ਤੇ ਸਵਾਲ ਉੱਠਣੇ ਸੁਭਾਵਿਕ ਹੈ। ਮੇਰੇ ਨਾਲ ਪੈਨਲ ਤੇ ਜਿਹੜੀ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੇ ਸਤਿਕਾਰਤ ਮਹਿਮਾਨ ਦਲਜੀਤ ਸਿੰਘ ਵੈਦ ਜੀ, ਕਾਂਗਰਸ ਪਾਰਟੀ ਦੇ ਕਦਾ ਔਰ ਵਿਧਾਇਕ ਬੁਲਾਰੇ, ਸਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਕਦਾਵਰ ਨੇਤਾ ਤੇ ਬੁਲਾਰੇ, ਜਗਤਾਰ ਸੰਘੇੜਾ ਜੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਬੁਲਾਰੇ, ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਜੀ ਆਖ ਰਿਹਾ, ਵੈਲਕਮ ਕਰ ਰਿਹਾ। ਵੈਦ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਜਦੋਂ ਦਾ ਕੈਪਟਨ ਅਮਰਿੰਦਰ ਸਰਕਾਰ ਦੀ ਗੱਲ ਕਰ ਲਈਏ ਜਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਅੰਦੋਲਨ ਚਲਾਇਆ ਜਾ ਰਿਹਾ ਹੈ, ਕੇਂਦਰ ਦੇ ਉਸ ਵਤੀਰੇ ਨੂੰ ਦੇਖੀਏ, ਦੂਜੇ ਮੁੱਦਿਆਂ ਤੇ ਵੀ ਕਰਾਂਗੇ ਗੱਲ, ਪਰ ਜਿਹੜਾ ਹੁਣ ਫੌਰੀ ਤੌਰ ਤੇ ਮਾਮਲਾ ਸਾਹਮਣੇ ਆਇਆ, RDF ਪਿੰਡੂ ਵਿਕਾਸ ਫੰਡ 1700 ਕਰੋੜ ਰੁਪਏ ਤੋਂ ਉੱਪਰ ਦਾ ਪੈਸਾ ਜਿਹੜਾ ਪੰਜਾਬ ਦਾ ਰੋਕ ਲਿਆ ਗਿਆ। ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਪੰਜਾਬ ਦੀਆਂ ਦੂਜੀਆਂ ਵਿਰੋਧੀ ਧਿਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਨਾਲ ਬਹੁਤ ਵੱਡਾ ਧੱਕਾ ਤੇ ਅਨਿਆਂ ਹੈ। ਪੰਜਾਬ ਸਰਕਾਰ ਵੀ ਇਸ ਮੁੱਦੇ ਤੇ ਕੇਂਦਰ ਬਾਰੇ ਇਹੀ ਬੋਲੀ ਬੋਲ ਰਹੀ ਹੈ। ਵੈਸਾ ਜੋ ਕੁਝ ਹੋਇਆ ਇਹਨਾਂ ਦਿਨਾਂ 'ਚ ਪੰਜਾਬ ਜਿਸ ਦੌਰ 'ਚੋਂ ਗੁਜ਼ਰ ਰਿਹਾ ਹੈ, ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਵੈਦ ਜੀ? ਸਿੱਧੂ ਸਾਹਿਬ,
ਸੱਚੀ ਗੱਲ ਪੁੱਛੋ ਤਾਂ ਮਨ ਬਹੁਤ ਦੁਖੀ ਹੈ। ਇਸ ਮੁੱਦੇ ਤੇ ਬਹੁਤ ਡਿਬੇਟਸ ਹੋ ਗਈਆਂ 5 ਜੂਨ ਤੋਂ ਲੈ ਕੇ ਅੱਜ ਤੱਕ। ਹਰ ਚੀਜ਼ ਕ੍ਰਿਸਟਲ ਕਲੀਅਰ ਹੋ ਗਈ। ਮਨ ਨਹੀਂ ਕਰਦਾ, ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਦਾ, ਮਨ ਨਹੀਂ ਕਰਦਾ ਡਿਬੇਟ ਕਰਨ ਨੂੰ। ਸਾਡੇ ਦੋਨੋਂ ਬੜੇ ਹੀ ਮੇਰੇ ਸਤਿਕਾਰਯੋਗ ਵੀਰ ਬੈਠੇ ਨੇ, ਕੀ ਡਿਬੇਟ ਕਰੀਏ ਸਿੱਧੂ ਸਾਹਿਬ ਇਸ ਇਸ਼ੂ ਦੀ, ਤੁਸੀਂ ਦੱਸੋ। ਬੀਜੇਪੀ ਦੇ ਪ੍ਰਵਕਤਾ ਨੇ ਕਹਿਣਾ ਆ ਕਿ ਜੀ ਉਹ ਤਾਂ ਜੀ ਐਕਟ ਬਹੁਤ ਵਧੀਆ ਜੀ, ਉਹ ਤਾਂ ਜੀ ਇਸ ਤੋਂ ਤਾਂ ਵਧੀਆ ਕੁਝ ਹੈ ਹੀ ਨਹੀਂ, ਮੋਦੀ ਸਾਹਿਬ ਨੇ 22 ਤੱਕ ਇਨਕਮ ਡਬਲ ਕਰ ਦੇਣੀ ਹੈ, 5 ਟ੍ਰਿਲੀਅਨ ਦਾ ਜਿਹੜਾ ਹੈਗਾ ਸਾਡਾ 24 ਤੱਕ ਉਹ ਹੋ ਜਾਣਾ ਹੈ। ਇਹਨੂੰ ਕੀ ਸਿੱਧੂ ਸਾਹਿਬ, ਮੈਂ ਤੁਸੀਂ ਮੇਰੀ ਗੱਲ ਨੂੰ ਕਿਸੇ ਹੋਰ ਪਾਸੇ, ਮੈਂ ਤੁਹਾਨੂੰ ਸੈਂਟੀਮੈਂਟਲ ਤੌਰ ਤੇ ਗੱਲ ਪੁੱਛਣੀ ਚਾਹੁੰਦਾ। ਇਹ ਸਾਰਾ ਕੁਝ ਇੰਨਾ ਕ੍ਰਿਸਟਲ ਕਲੀਅਰ ਹੈ, ਮੈਨੂੰ ਅੱਜ ਇਹ ਤੁਹਾਡੇ ਚੈਨਲ ਦੇ ਉੱਤੇ ਬੈਠ ਕੇ ਲੱਗਣ ਲੱਗ ਗਿਆ ਕਿ ਯਾਰ ਸ਼ਾਇਦ ਕਿਤੇ ਵੇਸਟੇਜ ਆਫ ਟਾਈਮ ਤਾਂ ਨਹੀਂ। ਬੀਜੇਪੀ ਨੇ ਇਹ ਜਿਹੜਾ ਐਕਟ ਲੈ ਕੇ ਆਉਂਦਾ ਹੈ, ਮੈਨੂੰ ਨਹੀਂ ਅੱਜ ਤੱਕ ਸਮਝ ਲੱਗੀ। ਭਾਈ ਸਾਹਿਬ ਬੈਠੇ ਨੇ, ਦੱਸ ਦੇਣ ਕਿ ਜੇ ਯੂਪੀ ਵਿੱਚ, ਬਿਹਾਰ ਵਿੱਚ, ਮੱਧਿਆ ਪ੍ਰਦੇਸ਼ ਵਿੱਚ, ਮਹਾਰਾਸ਼ਟਰ ਵਿੱਚ, ਤਾਮਿਲਨਾਡੂ, ਓਡੀਸ਼ਾ ਚ, ਆਂਧਰਾ ਦੇ ਵਿੱਚ ਜੇ ਕਣਕ 1200 ਤੋਂ 1400 ਤੇ ਝੋਨਾ 1200 ਤੋਂ 1400 ਦੇ ਵਿੱਚ ਵਿਕਦਾ, ਤੇ ਪੰਜਾਬ 'ਚ ਵੱਧ ਕਿੱਥੋਂ ਵਿਕ ਜੂਗਾ। ਜਿਹੜਾ ਚਾਹੇ ਚਲੋ ਆਪਾਂ ਕੱਲਾ ਅਡਵਾਨੀ ਤੇ ਉਹੀ ਨਹੀਂ ਹੈਗੇ, ਅਡਾਨੀ ਹੋਰ ਇਹੋ ਜਿਹੇ ਟ੍ਰੇਡਰ ਬੜੇ ਨੇ, ਉਹ ਜਦੋਂ ਸਾਰਾ ਕੁਝ ਖਰੀਦ ਕੇ ਆਪਣੇ ਗਡਾਊਨਾਂ 'ਚ ਭਰ ਲੈਣਗੇ, ਇਹ ਇਕਨੋਮਿਕਸ ਹੈ। ਜਦੋਂ ਕੀਮਤਾਂ ਵੱਧ ਜਾਣਗੀਆਂ ਉਹਨਾਂ ਪ੍ਰੋਡਕਟਸ ਦੀਆਂ, ਉਹ ਹੌਲੀ ਹੌਲੀ ਵੱਡੇ ਪ੍ਰੋਫਿਟ ਲੈ ਕੇ ਉਹਨਾਂ ਨੂੰ ਵੇਚੀ ਜਾਣਗੇ, ਤੇ ਹਿੰਦੁਸਤਾਨ ਦੀ ਸਰਕਾਰ ਦਾ ਤੇ ਪੰਜਾਬ ਕਿਸੇ ਵੀ ਸਟੇਟ ਦਾ ਉਹਦੇ ਤੇ ਕੋਈ ਕੰਟਰੋਲ ਹੀ ਨਹੀਂ ਰਹਿਣਾ। ਕੌਣ ਜ਼ਿੰਮੇਵਾਰ ਹੋਊਗਾ? ਇਸੇ ਤਰ੍ਹਾਂ ਹੀ ਜਿਹੜਾ ਫਾਰਮਸ ਪ੍ਰੋਡਿਊਸ ਐਕਟ ਬਣਾਇਆ ਇਹਨਾਂ ਨੇ, ਜਦੋਂ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਤੁਸੀਂ ਆ ਹੁਣੇ 1700 ਕਰੋੜ ਦੀ ਗੱਲ ਕਰ ਰਹੇ ਸੀ ਰੂਰਲ ਡਿਵੈਲਪਮੈਂਟ ਫੰਡ ਦੀ, 1700 ਕਰੋੜ ਦਾ ਪੰਜਾਬ ਸਰਕਾਰ ਨੂੰ ਇਹ ਘਾਟਾ ਪੈ ਜਾਣਾ, ਤੇ 4200 ਕਰੋੜ ਰੁਪਇਆ ਜਿਹੜਾ ਅੱਜ ਤਾਂ ਸਰਕਾਰ ਨੇ CCL ਲਿਮਟ ਦੇ ਦਿੱਤੀ, ਉਹ ਅਗਲੀ ਵਾਰੀ ਨੂੰ ਸ਼ਾਇਦ ਉਹ ਨਾ ਮਿਲੇ। ਜਦੋਂ ਸਾਡੇ ਜ਼ਿਮੀਂਦਾਰ ਕਿਸਾਨ ਵੀਰ ਦੀ ਫਸਲ ਹੀ ਨਹੀਂ ਮੰਡੀਆਂ ਚੋਂ ਚੱਕੀ ਜਾਣੀ MSP ਤੇ ਜੋ ਹਾਲਾਤ ਬਣਨੇ ਨੇ ਉਹ ਤੁਹਾਨੂੰ ਵੀ ਪਤਾ ਹੈ, ਭਾਈ ਸਾਹਿਬ ਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਹੈ। ਸੋ ਮੇਰਾ ਦਿਲ ਬੜਾ ਦੁਖਦਾ ਹੈ। ਅੱਛਾ, ਅੱਜ ਜਿੱਦਣ ਦਾ ਇਹ ਐਕਟ ਬਣਾਇਆ ਉਸ ਤੋਂ ਬਾਅਦ ਕਿਸਾਨ ਵੀਰ ਸੜਕਾਂ ਤੇ ਬੈਠੇ ਨੇ। ਬੀਜੇਪੀ ਦੇ ਲੀਡਰ ਸਾਹਿਬਾਨ ਕਦੇ ਇਹਨਾਂ ਨੂੰ ਕੁਝ ਬੋਲਦੇ ਨੇ, ਕਦੇ ਵਿਚੋਲੀਓ ਕਹਿੰਦੇ ਨੇ, ਕਦੇ ਕਹਿੰਦੇ ਨੇ ਇਹ ਕਿਸਾਨ ਨਹੀਂ ਬੈਠੇ, ਕਿਸਾਨ ਤਾਂ ਮੰਡੀਆਂ 'ਚ ਬੈਠੇ ਨੇ, ਇਹ ਤਾਂ ਕਾਂਗਰਸ ਸਰਕਾਰ ਨੇ ਜਾਂ ਦੂਜੀਆਂ ਪਾਰਟੀਆਂ ਨੇ ਪੰਜਾਬ ਦੀਆਂ ਨੇ ਕੋਈ ਹੋਰ ਹੀ ਬੰਦੇ ਬਿਠਾਏ ਹੋਏ ਆ, ਇਹਨਾਂ ਨੂੰ ਵਿਚੋਲੀਏ ਹੀ ਦੱਸੀ ਜਾਂਦੇ ਆ। ਮੋਦੀ ਸਾਹਿਬ ਨੇ ਟੈਲੀਵਿਜ਼ਨ ਦੇ ਉੱਤੇ ਆ ਕੇ ਕਹਿ ਦਿੱਤਾ, ਨੱਡਾ ਸਾਹਿਬ ਨੇ ਆ ਕੇ ਕਹਿਤਾ ਕਿ ਅਸੀਂ ਐਕਟ ਦੇ ਵਿੱਚ ਕੁਛ ਐਕਟ ਨੂੰ ਤਾਂ ਲਾਗੂ ਹੋ ਗਿਆ, ਇਹਨੂੰ ਅਸੀਂ ਕੁਝ ਕਰਨਾ ਹੀ ਨਹੀਂਗਾ। ਅੱਛਾ, ਜਿਹੜੀ ਇਹਨਾਂ ਨੇ ਉੱਥੇ ਮੀਟਿੰਗ ਸੱਦੀ, ਜਿਹੜੇ ਸਾਡੇ ਗਵਰਨਮੈਂਟ ਆਫ ਇੰਡੀਆ ਦੇ ਸੈਕਟਰੀ ਫੂਡ ਸੀ ਉਹਨਾਂ ਦੇ ਆਫਿਸ ਵਿੱਚ, ਉਹਦਾ ਹਾਲ ਵੀ ਤੁਹਾਨੂੰ ਪਤਾ। ਕਿਸ ਬਿਨਾਂ ਦੇ ਉੱਤੇ ਅਸੀਂ ਗੱਲ ਕਰੀਏ? ਫਿਰ ਆ ਜਿਹੜੀਆਂ ਤੁਸੀਂ ਦੇਖੋ ਨਾ, ਕਿਸਾਨ ਜਥੇਬੰਦੀਆਂ ਨੇ 4 ਦਿਨ ਪਹਿਲਾਂ ਕਹਿ ਦਿੱਤਾ ਕਿ ਅਸੀਂ ਰੇਲਵੇ ਟਰੈਕ ਖਾਲੀ ਕਰ ਦਿੱਤੇ। ਉਹ ਫਿਰ ਇਹਨਾਂ ਨੇ ਬਹਾਨਾ ਲੱਭ ਲਿਆ, ਉਹ ਤਾਂ ਜੀ ਪ੍ਰੋਟੈਕਸ਼ਨ ਪੰਜਾਬ ਸਰਕਾਰ ਦੇ। ਮੈਂ ਇੱਥੇ 2 ਗੱਲਾਂ ਦੱਸਣੀਆਂ ਚਾਹੁੰਦਾ। 25 ਤਾਰੀਖ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਪਿਊਸ਼ ਗੋਇਲ ਨੇ, ਜੇ ਕਹੋ ਤਾਂ ਮੈਂ ਤੁਹਾਨੂੰ ਚਿੱਠੀ ਮੇਰੇ ਮੋਬਾਈਲ ਫੋਨ ਦੇ ਵਿੱਚ ਉਹ ਵੀ ਦੱਸ ਦਿੰਦਾ। ਦੂਜੇ ਦਿਨ ਹੀ ਪਿਊਸ਼ ਗੋਇਲ ਜੀ ਨੇ ਉਹਦੀ ਚਿੱਠੀ ਦਾ ਜਵਾਬ ਦਿੱਤਾ ਕਿ ਅਸੀਂ ਤਾਂ ਇਹ ਕਰ ਨਹੀਂ ਸਕਦੇ, ਸਰਕਾਰ ਪ੍ਰੋਟੈਕਸ਼ਨ ਦੇਵੇ। ਬੇਸਿਕਲੀ ਰੇਲਵੇ ਸਟੇਸ਼ਨ ਜਾਂ ਟਰੈਕਸ ਨੇ ਜਿਹੜੇ ਉਹ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਅੰਡਰ ਹੁੰਦੇ ਆ। ਚਲੋ ਅਸੀਂ ਸਰਕਾਰ ਨੇ ਸਾਡੀ ਨੇ ਫਿਰ ਵੀ ਮੰਨ ਲਿਆ, ਅਸ਼ੋਰੈਂਸ ਦੇਤੀ ਪਿਊਸ਼ ਗੋਇਲ ਜੀ ਨੂੰ ਕਿ ਤੁਹਾਨੂੰ ਅਸੀਂ ਕੋਈ ਨੁਕਸਾਨ ਨਹੀਂ ਹੋਣ ਦਿੰਦੇ। ਉਹ ਫਿਰ ਜਾਣ ਬੁੱਝ ਕੇ ਉਹਨੂੰ ਡਿਲੇ ਕਰਤਾ, ਫਿਰ ਪੈਸੇਂਜਰ ਟ੍ਰੇਨ ਦੇ ਨਾਲ ਮਿਲਾ ਦਿੱਤਾ। ਸਾਡੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ਆ ਰਾਣਿੰਦਰ ਸਿੰਘ, 10 ਸਾਲ ਪੁਰਾਣੇ ਕੇਸ 'ਚ ਉਹਨੂੰ 4 ਦਿਨ ਪਹਿਲਾਂ ED ਦਾ ਨੋਟਿਸ ਆ ਗਿਆ। ਮੇਰਾ ਖਿਆਲ ਅੱਜ ਉਹਦੀ ਪੇਸ਼ੀ ਸੀ। RDF ਬੰਦ ਕਰ ਦੇਣਾ, ਟ੍ਰੇਨਾਂ ਬੰਦ ਕਰ ਦੇਣੀਆਂ। ਇਹ ਕੀ ਚਾਹੁੰਦੀ ਹੈ ਸੈਂਟਰ ਸਰਕਾਰ? ਮਤਲਬ ਕਿ ਸੈਂਟਰ ਸਰਕਾਰ ਸਮਝਦੀ ਨਹੀਂ ਵੀ ਪੰਜਾਬ ਆਪਣਾ ਆ? ਕੀ ਇਹ ਬੀਜੇਪੀ ਦੀ ਸਰਕਾਰ ਸਮਝਦੀ ਨਹੀਂ ਵੀ ਪੰਜਾਬ ਇਹ ਆਪਣਾ ਹੈ? ਜਿਹੜੇ ਸਾਡੇ ਬੀਜੇਪੀ ਦੇ ਪੰਜਾਬ ਦੇ ਲੀਡਰਸ, ਇਹਨਾਂ ਦੀ ਤਾਂ ਮਜਬੂਰੀ ਹੈ ਇੱਥੇ ਆਪਣੇ ਆਪ ਨੂੰ ਡਿਫੈਂਡ ਕਰਨਾ। ਇਹਨਾਂ ਦੀ ਉੱਥੇ ਸੁਣਦਾ ਕੋਈ ਨਹੀਂ, ਨਾ ਇਹਨਾਂ ਨੂੰ ਉੱਥੇ ਕੋਈ ਪੁੱਛੇ, ਨਾ ਕੋਈ ਦੱਸਿਓ ਤਾਂ ਕਿਸੇ ਆਪਣੇ ਕੈਬਨਿਟ ਮੰਤਰੀ ਦੀ ਨਹੀਂ ਸੁਣਦਾ। ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਭੈਣ ਜੀ ਵਜ਼ੀਰ ਸੀ, ਉਹ ਉੱਥੇ ਕੈਬਨਿਟ ਦੇ ਵਿੱਚ ਬੈਠੇ ਸੀ। ਉਹ ਤਾਂ ਜਦੋਂ ਲੋਕਾਂ ਦਾ ਪ੍ਰੈਸ਼ਰ ਬਣਿਆ ਸਾਰਾ ਉਹ ਯੂ ਟਰਨ ਮਾਰ ਗਏ, ਤੁਹਾਡੇ ਸਾਹਮਣੇ ਹੈ। ਸੋ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸੀ, ਮਨ ਦੁਖਦਾ ਹੈ, ਇੰਨਾ ਕੁ ਦਰਦ ਆ ਮਨ ਦੇ ਵਿੱਚ ਕਿ ਯਾਰ ਇਹ ਹੋ ਕੀ ਰਿਹਾ ਹੈ।
ਸਾਡੇ ਨਾਲ ਜੀ ਵੈਦ ਪੰਜਾਬ ਜੀ। ਨਾਲ ਮਤਰੇਈ ਮਾਂ ਵਾਲਾ ਜਿਹੜਾ ਸਲੂਕ ਹੈ ਇਹ ਕਿਉਂ ਮੋਦੀ ਸਾਹਿਬ ਕਰ ਰਹੇ ਨੇ? ਇਹ ਸਾਡੇ ਬੀਜੇਪੀ ਦੇ ਬੈਠੇ ਨੇ ਸਾਡੇ ਭਾਈ ਸਾਹਿਬ, ਇਹਨਾਂ ਨੂੰ ਪੁੱਛ ਲਓ। ਮੈਂ ਤਾਂ ਚਾਹੁੰਦਾ ਨਹੀਂ ਇਹਦੇ ਤੇ ਕੋਈ ਬੋਲਣਾ, ਸਾਰਾ ਕੁਝ ਕਲੀਅਰ ਕ੍ਰਿਸਟਲ ਆ, ਸਾਰੀ ਦੁਨੀਆ ਨੂੰ ਪਤਾ ਹੈ, ਸਾਡੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ, ਕਿਸਾਨ ਜਥੇਬੰਦੀਆਂ ਨੂੰ ਪਤਾ ਹੈ। ਅੱਜ ਇਹਨਾਂ ਨੂੰ ਬੀਜੇਪੀ ਨੇ ਵਾਈ ਦੀ ਇੱਕ ਮਿੰਟ ਸਿੱਧੂ ਸਾਹਿਬ, ਅੱਜ ਮੈਂ ਫਿਰ ਉਹ ਕੰਗਨਾ ਰਣੌਤ ਦੀ ਟੀਵੀ ਦੇ ਉੱਤੇ ਗੱਲ ਸੁਣ ਰਿਹਾ ਸੀ। ਉਹ ਕੰਗਨਾ ਰਣੌਤ ਜਿਹੜੀ ਜਿਹਨੂੰ ਵਾਈ ਸਿਕਿਉਰਿਟੀ ਦਿੱਤੀ ਹੋਈ ਹੈ, ਉਹਨੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਅੱਤਵਾਦੀ ਹੀ ਕਹਿ ਦਿੱਤਾ। ਸੋ ਇਹ ਕਿਹੋ ਜਿਹਾ ਸਿਸਟਮ? ਅਸੀਂ ਲੋਕ ਤਾਂ, ਮੈਂ ਤਾਂ ਜੀ ਤੁਹਾਨੂੰ ਸੱਚੀ ਗੱਲ ਦੱਸਾਂ ਸਿੱਧੂ ਸਾਹਿਬ, ਮਨ ਇੰਨਾ ਕੁ ਦੁਖੀ ਹੈ, ਜੀ ਨਹੀਂ ਕਰਦਾ ਕਿ ਮੈਂ ਭਾਈ ਸਾਹਿਬ ਦੇ ਅੱਗੇ ਕੋਈ ਗੱਲ ਰੱਖਾਂ, ਇਹਨਾਂ ਨੂੰ ਕਹਾਂ, ਕਿਉਂਕਿ ਹੈ ਕਰਨਾ ਹੀ ਉਹਨਾਂ ਨੇ ਮੋਦੀ ਸਾਹਿਬ ਦੇ ਹੱਥ ਵਿੱਚ ਆ। ਜੋ ਉਹਨਾਂ ਦਾ ਮਨ ਜੀ ਬਿਲਕੁਲ, ਜਿਹੜਾ ਨਹੀਂ ਤਾਂ ਨਹੀਂ ਕਰਨਗੇ ਜੀ। ਜਿਹੜਾ ਵੀ ਪੰਜਾਬੀ ਹੈ, ਜੋ ਕੁਝ ਵਾਪਰਿਆ, ਮਨ ਹਰ ਇੱਕ ਦਾ ਹੀ ਦੁਖੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਕਿ ਸੰਕਟ ਚੋਂ ਪੰਜਾਬ ਨੂੰ ਬਾਹਰ ਕੱਢੇ ਬਗੈਰ ਨਾ ਦੇਸ਼ ਦਾ ਭਲਾ ਹੈ ਤੇ ਨਾ ਹੀ ਪੰਜਾਬ ਦਾ ਭਲਾ ਹੈ। ਇਸ ਮੁੱਦੇ ਤੇ ਗਰੇਵਾਲ ਸਾਹਿਬ ਮੈਂ ਤੁਹਾਡੇ ਕੋਲੋਂ ਜਵਾਬ ਜ਼ਰੂਰ ਲੈਣਾ ਚਾਹਾਂਗਾ, ਪਰ ਮੈਂ ਪਹਿਲਾਂ ਚਾਹਨਾ ਕਿ ਜਗਤਾਰ ਸਿੰਘੜਾ ਜੀ ਵੀ ਇਸ ਮੁੱਦੇ ਤੇ ਗੱਲ ਕਰ ਲੈਣ। ਜਗਤਾਰ ਸਿੰਘੜਾ ਜੀ, ਜੋ ਮੈਂ ਸਵਾਲ ਕੀਤਾ ਤੁਸੀਂ ਉਸ ਸਵਾਲ ਨੂੰ ਵੈਦ ਜੀ ਨਾਲੋਂ ਵੀ ਸੁਣਿਆ ਹੈਗਾ। ਸਵਾਲ ਇਹ ਹੈ ਕਿ ਜਿਸ ਤਰ੍ਹਾਂ ਕੇਂਦਰ ਨੇ ਪਹਿਲਾਂ ਮਾਲ ਗੱਡੀਆਂ ਬੰਦ ਕੀਤੀਆਂ, ਹੁਣ ਰੂਰਲ ਡਿਵੈਲਪਮੈਂਟ ਫੰਡ ਦਾ 1700 ਕਰੋੜ ਰੁਪਏ, ਜਿਹੜਾ ਜਿਵੇਂ ਪੰਜਾਬੀ 'ਚ ਕਹਾਂਗੇ ਜਿਹੜਾ ਪੰਜਾਬ ਪਹਿਲਾਂ ਹੀ ਭੁੱਖ ਨੰਗ ਨਾਲ ਘੁਲ ਰਿਹਾ ਹੈ, 1700 ਕਰੋੜ ਰੁਪਇਆ ਉਸਦਾ ਰੋਕ ਦਿੱਤਾ ਗਿਆ। ਕਿਸਾਨੀ ਦਾ ਮੁੱਦਾ ਵੀ ਵੱਖਰੇ ਤੌਰ ਤੇ ਆਪਾਂ ਜਾਣਦੇ ਹਾਂ, ਹਰ ਰੋਜ਼ ਇਸ ਮੁੱਦੇ ਤੇ ਜਿੱਦਾਂ ਵੈਦ ਜੀ ਨੇ ਕਿਹਾ ਆਪਾਂ ਡਿਬੇਟਾਂ ਕਰ ਰਹੇ ਹਾਂ। ਕਿਵੇਂ ਦੇਖ ਰਹੇ ਹੋ ਇਸ ਵਤੀਰੇ ਨੂੰ ਜਗਤਾਰ ਸਿੰਘੜਾ ਜੀ? ਸਿੱਧੂ ਸਾਹਿਬ, ਸਾਨੂੰ ਥੋੜਾ ਜਿਹਾ ਬੈਕਗ੍ਰਾਉਂਡ 'ਚ ਜਾਣਾ ਪਊਗਾ, ਮੈਂ ਸੰਖੇਪ ਕਰ ਦਿੰਦਾ ਹਾਂ। ਪੰਜਾਬ ਰੂਰਲ ਡਿਵੈਲਪਮੈਂਟ ਐਕਟ ਜਿਹੜਾ 1987 'ਚ ਪਾਸ ਕੀਤਾ ਸੀ ਪੰਜਾਬ ਵਿਧਾਨ ਸਭਾ ਨੇ, ਉਹਦੇ ਤਹਿਤ ਪੰਜਾਬ ਰੂਰਲ ਡਿਵੈਲਪਮੈਂਟ ਬੋਰਡ ਦਾ ਗਠਨ ਕੀਤਾ ਗਿਆ ਸੀਗਾ। ਉਹ ਜਿਹੜਾ ਬੋਰਡ ਸੀਗਾ ਉਹਦੇ ਕੁਝ ਪਰਪਸ ਸੀਗੇ ਕਿ ਐਕਸਲਰੇਟ ਰੂਰਲ ਡਿਵੈਲਪਮੈਂਟ, ਐਗਰੀਕਲਚਰ ਪ੍ਰੋਡਕਸ਼ਨ ਨੂੰ ਇੰਪਰੂਵ ਕਰਨ ਲਈ, ਫੈਸਿਲਿਟੀਜ਼ ਡੀਲਰ ਪਰਚੇਜ਼ਰ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਪੈਦਾ ਕਰ ਲਈਏ। ਰੂਰਲ ਡਿਵੈਲਪਮੈਂਟ ਫੀ ਲਾਈ ਸੀਗੀ, ਇਹ ਜਿਹੜਾ ਆਪਾਂ RDF ਕਹਿੰਦੇ ਆ, ਇਹ ਰੂਰਲ ਡਿਵੈਲਪਮੈਂਟ ਫੀ ਆ ਐਕਚੁਅਲੀ। ਜਿਹੜੀ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਆ ਉਹ ਖਾਤੇ ਦਾ ਨਾਮ ਹੈ, ਅਕਾਊਂਟ ਦਾ ਨਾਮ ਆ, ਤੇ ਰੂਰਲ ਡਿਵੈਲਪਮੈਂਟ ਫੀ ਹੈ ਜਿਹੜੀ ਕੇਂਦਰ ਸਰਕਾਰ ਰੋਕ ਕੇ ਬੈਠ ਗਈ ਹੈ। ਸੋ ਇਹ ਫੀ ਲਗਾਈ ਸੀ। ਫੀ ਦਾ ਥੋੜੀ ਜਿਹਾ ਨੇਚਰ ਟੈਕਸ ਨਾਲੋਂ ਵੱਖਰਾ ਹੁੰਦਾ, ਅਦਰਵਾਈਜ਼ ਤਾਂ ਸਾਰੇ ਸਰਕਾਰੀ ਲੈਵੀਜ਼ ਨੇ, ਫੀ ਹੋ ਗਈ ਜਾਂ ਟੈਕਸ ਹੋ ਗਿਆ ਜਾਂ ਕਿੱਦਾਂ, ਬਟ ਟੈਕਸ ਦਾ ਤੇ ਫੀ ਦਾ ਫਰਕ ਹੁੰਦਾ ਆ। ਟੈਕਸ ਨੇ ਖਜ਼ਾਨੇ 'ਚ ਜਾਣਾ ਆ, ਉਹਦੇ ਪਰਪਸ ਕਿਸੇ ਵੀ ਖਰਚ ਹੋ ਸਕਦਾ ਆ। ਜਿਹੜੀ ਫੀ ਹੁੰਦੀ ਆ ਉਹ ਜਿਹਦੇ ਵਾਸਤੇ ਐਕਟ ਬਣਾਇਆ ਉਹਨਾਂ ਹੀ ਪਰਪਸ ਤੇ ਖਰਚੀ ਜਾ ਸਕਦੀ ਹੈ ਜੀ। ਐਕਚੁਅਲੀ ਇਹ ਤਾਂ ਸਰਵਿਸ ਫੀਸ ਹੈ, ਸਰਵਿਸ ਫੀਸ ਹੈ। ਸਰਵਿਸ ਫੀਸ ਵੀ ਨਹੀਂ, ਸਰਵਿਸ ਫੀਸ ਇਜ਼ ਸਮਥਿੰਗ ਐਲਸ। ਸਰਵਿਸ ਫੀਸ ਮੰਡੀਆਂ ਲਈ ਜਿਹੜਾ ਮੰਡੀਆਂ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ, ਚਾਹੇ ਕਣਕ ਹੈ, ਝੋਨਾ, ਉਹਦੇ ਜੋ ਕੁਝ ਕੰਮ ਕੀਤਾ ਜਾ ਰਿਹਾ ਹੈ ਇਨਫਰਾਸਟ੍ਰਕਚਰ ਲਈ, ਬੁਨਿਆਦੀ ਮੁੱਦਾ ਉਹਦੇ ਲਈ ਸੀ। ਪਰ ਜਿੱਦਾਂ ਤੁਸੀਂ ਕਹਿ ਰਹੇ ਹੋ, ਬਿਲਕੁਲ ਠੀਕ ਕਹਿ ਰਹੇ ਹੋ ਕਿ ਪੰਜਾਬ ਦਾ ਜਿਹੜਾ ਐਕਟ ਆਇਆ ਇਹਦੇ 'ਚ ਨਾਲ ਕੁਝ ਪੇਂਡੂ ਸੇਵਾਵਾਂ ਦੇ ਨਾਲ ਹੋਰ ਵੀ ਜੋੜ ਲਿਆ ਗਿਆ। ਹਾਂਜੀ, ਖੇਤੀਬਾੜੀ ਨੂੰ ਇੰਪਰੂਵ ਕਰਨ ਲਈ ਵੀ ਆ, ਸਾਰਾ ਕੁਝ ਹੀ ਹੈਗਾ। ਮਤਲਬ ਇਹਦਾ ਨਾਮ ਟੈਕਨੀਕਲੀ ਰੂਰਲ ਡਿਵੈਲਪਮੈਂਟ ਫੀ ਹੈ ਇਸ ਦਾ ਨਾਮ। ਤੇ ਇਹ ਜਿਹੜਾ ਰੋਕਿਆ ਗਿਆ ਆ, ਦਿਸ ਇਜ਼ ਟੋਟਲੀ ਇਲੀਗਲ। ਬਿਲਕੁਲ ਹੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਸਧਾਰਨ ਪਬਲਿਕ ਜਿਹੜੀ ਆ ਗੁੱਸੇ 'ਚ ਆ ਕੇ ਜਾਂ ਕਿਸੇ ਪ੍ਰੋਬਲਮ ਆਪ 'ਚ ਆ ਕੇ, ਜਿੱਦਾਂ ਹੁਣ ਇਹ ਕਿਸਾਨ ਵਿਰੋਧੀ ਐਕਟ ਬਣਾ ਦਿੱਤੇ ਆ, ਗਰੇਵਾਲ ਸਾਹਿਬ ਗੁੱਸਾ ਕਰਨਗੇ ਜੇ ਮੈਂ ਕਾਲੇ ਕਹਿਤਾ, ਤੇ ਕਿਸਾਨ ਵਿਰੋਧੀ ਐਕਟ ਮੈਂ ਕਹਿ ਰਿਹਾ ਹੈ ਹੀ ਵਿਰੋਧੀ ਨੇ, ਉਹਨਾਂ 'ਚ ਭਲੇ ਦੀ ਗੱਲ ਤਾਂ ਕੋਈ ਲੱਭੀ ਨਹੀਂ ਹੈ। ਕਿਸਾਨ ਵਿਰੋਧ ਕਰ ਰਹੇ ਆ, ਆੜਤੀਏ ਵਿਰੋਧ ਕਰ ਰਹੇ ਆ, ਮਜ਼ਦੂਰ ਵਿਰੋਧ ਕਰ ਰਹੇ ਆ, ਆਮ ਲੋਕ ਵੀ ਵਿਰੋਧ ਕਰ ਰਹੇ ਆ ਇਹਨਾਂ ਐਕਟਸ ਦਾ। ਜਿਹੜੇ ਵਿਰੋਧ ਕਰ ਰਹੇ ਆ ਉਹਨਾਂ ਕੋਲੋਂ ਤਾਂ ਕੋਈ ਛੋਟੀ ਮੋਟੀ ਗਲਤੀ ਹੋ ਜਾਵੇ ਵੱਖਰੀ ਗੱਲ ਹੈ, ਤੇ ਜਿਹੜੇ ਸਰਕਾਰ 'ਚ ਬੈਠੇ ਆ, ਕੇਂਦਰ ਸਰਕਾਰ 'ਚ, ਜਿਨ੍ਹਾਂ ਨੇ ਸਾਰਾ ਮੁਲਕ ਚਲਾਉਣਾ, ਸਾਰੀ ਦੁਨੀਆ ਦੇ ਬਾਕੀ ਮੁਲਕਾਂ ਨਾਲ ਵੀ ਡੀਲ ਕਰਨਾ ਆ, ਉਹ ਖੁਦ ਕਾਨੂੰਨ ਨੂੰ ਹੱਥਾਂ 'ਚ ਲੈ ਰਹੇ ਆ ਔਰ ਆਮ ਪਬਲਿਕ ਨੂੰ ਤੰਗ ਕਰ ਰਹੇ ਆ। ਸਿੱਧੂ ਸਾਹਿਬ, ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ। 1800 ਕਰੋੜ ਰੁਪਈਆ ਪੰਜਾਬ ਦਾ ਰੋਕ ਕੇ ਇੱਕ ਚਿੱਠੀ ਪਾ ਦੇਣੀ ਕਿ ਪਹਿਲਾਂ ਪੁਰਾਣਾ ਹਿਸਾਬ ਕਿਤਾਬ ਦਿਓ, ਇਹ ਕੋਈ ਨੇਤਾ ਸਿੰਘ ਪ੍ਰੇਮ ਸਿੰਘ ਦਾ ਲੈਣ ਦੇਣ ਵੀ ਪਹਿਲਾਂ ਪੁਰਾਣਾ ਹਿਸਾਬ ਕਿਤਾਬ ਦੇ, ਤੈਨੂੰ ਆਹ ਜਿਹੜੇ ਪੈਸੇ ਤੇਰੇ ਬਕਾਇਆ ਮੈਂ ਫਿਰ ਬਾਅਦ 'ਚ ਦੇਣੇ ਆ, ਇਹ ਦਿਸ ਇਜ਼ ਇਲੀਗਲ। ਚਿੱਠੀ ਪਾ ਕੇ ਤੁਸੀਂ ਏਦਾਂ ਨਹੀਂ ਰੋਕ ਸਕਦੇ। ਹਾਂ, ਕੇਂਦਰ ਸਰਕਾਰ ਦੀ ਪਾਵਰ ਹੈ, ਪੰਜਾਬ ਦਾ ਐਕਟ ਹੈ, ਉਹਦੇ ਤਹਿਤ ਫੀਸ, ਇਹ ਰੂਰਲ ਡਿਵੈਲਪਮੈਂਟ ਫੀਸ ਲੱਗੀ ਹੈ। ਦੇ ਆਰ ਬਾਉਂਡ ਟੂ ਪੇ ਵਿਦ ਇਨ ਅ ਸਪੈਸੀਫਾਈਡ ਪੀਰੀਅਡ। ਈਵਨ ਪੰਜਾਬ ਮੰਡੀ ਬੋਰਡ ਜਿਹੜੀ FCI ਆ, ਉਹਨੇ ਲਾਇਸੈਂਸ ਲਿਆ ਸਿੱਧੂ ਸਾਹਿਬ,
ਉਹ ਮਤਲਬ ਡੀਮਡ ਲਾਇਸੈਂਸੀ ਹੈ, ਉਹਨੂੰ ਫਾਰਮਲ ਲਾਇਸੈਂਸ ਲੈਣ ਦੀ ਲੋੜ ਨਹੀਂ। ਮੀਨਜ਼ ਉਹ ਲਾਇਸੈਂਸੀ ਹੈ ਮਾਰਕੀਟ ਕਮੇਟੀਜ਼ ਦੀ, ਮੰਡੀ ਬੋਰਡ ਦੀ, ਤੇ ਉਹਨਾਂ ਤੇ ਇਹ ਇਸ ਗੱਲ ਦਾ ਜੁਰਮਾਨਾ ਲਾਇਆ ਜਾ ਸਕਦਾ, ਉਹਨਾਂ ਨੂੰ ਪੀਨਾਲਾਈਜ਼ ਕੀਤਾ ਜਾ ਸਕਦਾ। ਪਰ ਕਿਉਂਕਿ ਗੇਮ ਕੇਂਦਰ ਸਰਕਾਰ ਖੇਡ ਰਹੀ ਹੈ, ਇੱਥੇ ਕਰਕੇ ਕੋਈ ਇੰਟਰਫੀਅਰ ਨਹੀਂ ਕਰੂਗਾ। ਪਹਿਲੀ ਗੱਲ ਤਾਂ ਹੁਣ ਤੱਕ ਦਿੱਤਾ ਨਹੀਂ, ਹੁਣ ਰੋਕ ਲਿਆ ਇੱਕ ਚਿੱਠੀ ਪਾ ਕੇ, ਵਿਚ ਇਜ਼ ਟੋਟਲੀ ਇਲੀਗਲ, ਕਿਉਂਕਿ ਇਹ ਪੈਸਾ ਲੋਕਾਂ ਤੇ ਖਰਚ ਹੋਣਾ, ਉਹ ਜਿਹੜਾ ਲੋਕਾਂ ਤੇ ਖਰਚ ਕਰਨਾ ਹੈ, ਉਹ ਲੋਕਾਂ ਨੂੰ ਸੁਵਿਧਾਵਾਂ ਦੇਣੀਆਂ, ਉਹ ਰੁਕਣੀਆਂ ਆ। ਇਹਦੇ ਚ ਐਡਮਿਨਿਸਟ੍ਰੇਸ਼ਨ ਦਾ, ਜਾਂ ਸਰਕਾਰ ਦਾ ਜਿਹੜਾ ਲਾਸ ਹੈ, ਉਹ ਇੰਡਾਇਰੈਕਟਲੀ ਹੈਗਾ ਆ, ਸਿੱਧਾ ਤੁਸੀਂ ਲੋਕਾਂ ਨਾਲ ਪੰਗਾ ਲੈ ਰਹੇ ਹੋ। ਦੂਸਰੀ ਗੱਲ, ਜਗਤਾਰ ਜੀ ਤੁਹਾਡਾ ਵੀ ਪੁਆਇੰਟ ਆ ਗਿਆ। ਮੈਂ ਇੱਕ ਪੁਆਇੰਟ, ਕੇਂਦਰ ਸਰਕਾਰ ਬਕਾਇਦਾ ਫੰਡ ਜਾਰੀ ਕਰੇ ਇਮੀਡੀਏਟਲੀ, ਫਿਰ ਉਹ ਇਨਕੁਆਇਰੀ ਬਿਠਾਵੇ, ਸੀਬੀਆਈ ਤੋਂ ਇਨਕੁਆਇਰੀ ਕਰਾਵੇ। ਆਮ ਆਦਮੀ ਪਾਰਟੀ ਉਸ ਗੱਲ ਦੀ ਸਪੋਰਟ ਕਰੇਗੀ ਕਿ ਤੁਸੀਂ ਇਹਦੀ ਇਨਕੁਆਇਰੀ ਕਰੋ, ਫੰਡ ਠੀਕ ਵੀ ਖਰਚ ਹੁੰਦੇ ਆ ਕਿ ਨਹੀਂ। ਇਸ ਬਹਾਨੇ ਫੀ ਜਿਹੜੀ ਹੈ ਰੋਕਣੀ ਇਲੀਗਲ ਹੈ। ਜੀ ਜਗਤਾਰ ਜੀ ਤੁਹਾਡੀ ਗੱਲ ਆ ਗਈ। ਗਰੇਵਾਲ ਸਾਹਿਬ, ਜਿਸ ਮਾਮਲੇ ਤੇ ਪੰਜਾਬ ਦੇ ਵਿੱਚ ਪਹਿਲਾਂ ਜੇ ਆਪਾਂ ਕਹੀਏ ਕਿਸਾਨ ਅੰਦੋਲਨ ਨੂੰ ਲੈ ਕੇ ਮੈਦਾਨ ਭਖਿਆ ਵਾ, ਹੁਣ ਜਿਹੜਾ ਰੂਰਲ ਡਿਵੈਲਪਮੈਂਟ ਦੀ ਗੱਲ ਜਿਹੜੀ ਵੈਦ ਜੀ ਨੇ ਕੀਤੀ ਹੈ, ਜਗਤਾਰ ਸੰਘੇੜਾ ਨੇ ਕੀਤੀ ਹੈ, ਪੰਜਾਬ ਦੀਆਂ ਰਾਜਸੀ ਧਿਰਾਂ ਕਹਿ ਰਹੀਆਂ ਕਿ ਇਲੀਗਲ ਹੈ, ਪੰਜਾਬ ਦੇ ਨਾਲ ਬਹੁਤ ਵੱਡਾ ਧੱਕਾ ਹੈ। ਪਹਿਲਾਂ ਹੀ ਜਿਹੜਾ ਕਿਸਾਨੀ ਮੁੱਦਿਆਂ ਦੇ ਲੈ ਕੇ ਪੰਜਾਬ 'ਚ ਬਹੁਤ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਗਰੇਵਾਲ ਸਾਹਿਬ। ਜਗਤਾਰ ਜੀ, ਪਹਿਲੀ ਗੱਲ ਤਾਂ ਸੰਘੇੜਾ ਸਾਹਿਬ ਨੇ ਜਿਹੜੀ ਗੱਲ ਦੱਸੀ, ਉਹ ਜਿੱਥੋਂ ਤੱਕ ਉਹ ਐਕਸਪਲੇਨ ਕਰ ਰਹੇ ਸੀ ਉਹ ਬਿਲਕੁਲ ਠੀਕ ਹੈ। ਔਰ ਦੂਸਰਾ, ਵੈਦ ਸਾਹਿਬ ਜਿਹੜੇ ਆ ਉਹ ਬਹੁਤ ਸਿਆਣੇ ਆ ਔਰ ਐਡਮਿਨਿਸਟ੍ਰੇਟਿਵ ਸਰਵਿਸ ਦੇ ਆ, ਇਹਨਾਂ ਨੂੰ ਬਰਾਬਰ ਹਰ ਚੀਜ਼ ਦੀ ਜਾਣਕਾਰੀ ਹੈ। ਇਹ ਠੀਕ ਆ ਵੀ ਆਪਣੀ ਪਾਰਟੀ ਦਾ ਪੱਖ ਰੱਖਦੇ ਹੋਏ ਉਹਨਾਂ ਨੂੰ ਆਪਣੇ ਹਿਸਾਬ ਨਾਲ ਗੱਲ ਕਰਨੀ ਪੈਂਦੀ, ਜਾਣਦੇ ਹੋ ਸਾਰਾ ਕੁਛ ਹੈ। ਤੇ ਇਹਦੇ 'ਚ ਮੈਂ ਇੱਕੋ ਚੀਜ਼ ਦੱਸਣੀ ਚਾਹੁੰਦਾ ਕਿ ਇਹ ਜਦੋਂ ਅਰੁਣ ਜੇਟਲੀ ਜੀ ਫਾਈਨਾਂਸ ਮਿਨਿਸਟਰ ਸੀ, ਬਾਦਲ ਸਾਹਿਬ ਦੀ ਸਰਕਾਰ ਸੀ, ਉਸ ਵੇਲੇ ਵੀ ਇਹ ਚਿੱਠੀ ਆਈ ਸੀ। ਔਰ ਇਹ ਹੁਣ ਉਸ ਤੋਂ ਬਾਅਦ ਦੂਸਰੀ ਵਾਰ ਇਹ ਮੁੱਦਾ ਉੱਠਿਆ ਕਿ ਘੱਟ ਤੋਂ ਘੱਟ ਜੇ ਅਸੀਂ ਫੰਡ ਲੈਂਦੇ ਹਾਂ ਜਾਂ ਉਹਦੇ 'ਚ ਫੀਸ ਲਗਾਉਂਦੇ ਹਾਂ ਤਾਂ ਸਾਨੂੰ ਉਹਦਾ ਖਰਚ ਕਿੱਥੇ ਠੀਕ ਜਗ੍ਹਾ ਤੇ ਕੀਤਾ, ਇਹ ਤਾਂ ਦੱਸਣਾ ਹੀ ਪਊਗਾ। ਜੇ ਇਹ ਕੋਈ ਪੁੱਛ ਵੀ ਲਵੇ ਤਾਂ ਘਰ ਦਾ ਬੰਦਾ ਵੀ ਕੋਈ ਹਿਸਾਬ ਪੁੱਛ ਸਕਦਾ, ਉਹ ਤਾਂ ਸਰਕਾਰ ਨੂੰ ਪੁੱਛ ਰਹੀ ਆ। ਇਹਦੇ 'ਚ ਕੀ ਬੁਰਾਈ ਹੈ? ਇਹਦੇ 'ਚ ਕਹਿਣਾ ਕਿ ਪੰਜਾਬ ਨੂੰ ਪਰੇਸ਼ਾਨ ਕਰਤਾ ਜੀ। ਪੰਜਾਬ ਪਰੇਸ਼ਾਨ ਨਹੀਂ ਹੋਇਆ, ਉਹ ਫੰਡ ਦਾ ਮਿਸਯੂਜ਼ ਨਾ ਹੋਵੇ, ਉਹ ਠੀਕ ਜਗ੍ਹਾ ਤੇ ਖਰਚ ਹੋਵੇ। ਜੇ ਉਹ ਕੀਤਾ ਹੋਇਆ ਦੱਸ ਦਿਓ। ਪਹਿਲਾਂ ਉਹ ਐਸਸੀ ਸਟੂਡੈਂਟਸ ਦਾ ਹੈਗਾ 300 ਕਰੋੜ ਰੁਪਇਆ, ਉਹਦਾ ਇਦਾਂ ਹੀ ਝਗੜਾ ਚੱਲਦਾ, ਹੋਰ ਕਈ ਜਗ੍ਹਾ ਦਾ ਚੱਲਦਾ। ਤੇ ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਫੰਡ ਸਰਕਾਰ ਦੇ ਪੈਸੇ ਆ ਉਹਨੂੰ ਠੀਕ ਜਗ੍ਹਾ ਤੇ ਖਰਚ ਨਾ ਕਰੋ, ਉਹ ਤਾਂ ਦੱਸਣਾ ਹੀ ਪਏਗਾ ਨਾ। ਤੇ ਉਹਦੇ 'ਚ ਪੁੱਛਣ 'ਚ ਕੋਈ ਇਹ ਥੋੜਾ ਹੈਗਾ ਕਿ ਪੰਜਾਬ ਨੂੰ ਪਰੇਸ਼ਾਨ ਕਰਤਾ ਜਾਂ ਕਿਸਾਨ ਨੂੰ ਪਰੇਸ਼ਾਨ ਕਰਤਾ। ਉਹਦੇ 'ਚ ਕਿਹਨੂੰ ਪਰੇਸ਼ਾਨ ਕੀਤਾ, ਕਿਉਂ ਕੀਤਾ? ਇਹ ਤਾਂ ਸਵਾਲ ਆ ਗਰੇਵਾਲ ਜੀ, ਜਿਹੜਾ ਸਵਾਲ ਸੰਘੇੜਾ ਜੀ ਨੇ ਲਿਆ, ਵੈਦ ਜੀ ਨੇ ਵੀ ਗੱਲ ਕੀਤੀ ਹੈ, ਉਹ ਕਹਿੰਦੇ ਕਿ ਫੰਡ ਦਾ ਹਿਸਾਬ ਦਾ ਪੁੱਛੋ। ਪਹਿਲੀ ਗੱਲ ਤਾਂ ਇਹ ਪੰਜਾਬ ਦਾ ਜਿਹੜਾ ਬੋਰਡ ਬਣਿਆ, ਪੰਜਾਬ ਦੇ ਐਕਟ ਮੁਤਾਬਕ ਬਣਿਆ, ਔਰ ਕੇਂਦਰ ਵੱਲੋਂ ਜਿਹੜੀ ਇੱਕ ਤਰ੍ਹਾਂ ਦੀ ਇਹ ਜੇ ਸਧਾਰਨ ਭਾਸ਼ਾ 'ਚ ਆਪਾਂ ਗੱਲ ਕਰੀਏ ਤਾਂ ਸਰਵਿਸ ਫੀਸ ਇਸ ਤਰੀਕੇ ਨਾਲ ਹੈਗੀ ਹੈ, ਕਿਉਂਕਿ ਪੰਜਾਬ ਇਨਫਰਾਸਟ੍ਰਕਚਰ ਮੁਹੱਈਆ ਕਰਦਾ ਹੈ, ਉਹਦੀ ਡਿਵੈਲਪਮੈਂਟ ਲਈ, ਉਹਨਾਂ ਕੰਮਾਂ ਲਈ ਇਹ ਫੰਡ ਦਿੱਤੇ ਜਾਂਦੇ ਹੈ। ਠੀਕ ਹੈ, ਉਹ ਕਹਿੰਦੇ ਹਿਸਾਬ ਦਾ ਮੰਗੋ, ਮੰਗਣ ਤੇ ਕੋਈ ਇਤਰਾਜ਼ ਨਹੀਂ। ਸੰਘੇੜਾ ਜੀ ਕਹਿ ਰਹੇ ਕਿ ਬੇਸ਼ੱਕ ਸੀਬੀਆਈ ਤੋਂ ਕਿਸੇ ਤੋਂ ਇਨਕੁਆਇਰੀ ਕਰਾਓ, ਪਰ ਇਸ ਤਰ੍ਹਾਂ ਜਿਹੜਾ ਫੰਡ ਰੋਕ ਲੈਣੇ ਉਹਦੇ ਨਾਲ ਤਾਂ ਨੱਕ 'ਚ ਦਮ ਕਰਨ ਵਾਲੀ ਗੱਲ ਹੈ ਨਾ। ਉਹ ਕਹਿੰਦੇ ਕਿ ਫੰਡ ਤੁਸੀਂ ਰੋਕ ਲਿਆ, ਇਹ ਤਾਂ ਰੂਟੀਨ ਮੈਟਰ ਹੈ, ਤੁਸੀਂ ਜੇ ਨਾ ਬਾਅਦ 'ਚ ਕੋਈ ਹਿਸਾਬ ਕਿਤਾਬ ਨਹੀਂ ਆਏਗਾ, ਜੇ ਕਿਸੇ ਨੇ ਗੜਬੜ ਘੁਟਾਲਾ ਕੀਤਾ ਉਹਨੂੰ ਚਾਹੇ ਫਾਈਲ ਲਾਓ, ਜੋ ਮਰਜ਼ੀ ਕਰੋ, ਪਰ ਫੰਡ 1700-1800 ਕਰੋੜ ਰੁਪਇਆ ਰੋਕ ਲੈਣਾ, ਉਹ ਵੀ ਪੰਜਾਬ ਵਰਗੀ ਸਟੇਟ ਦਾ, ਔਰ ਉਸ ਵੇਲੇ ਰੋਕਿਆ ਗਿਆ ਗਰੇਵਾਲ ਜੀ ਜਦੋਂ ਪੰਜਾਬ 'ਚ ਇਸ ਵੇਲੇ ਅੰਦੋਲਨ ਚੱਲ ਰਿਹਾ ਹੈ। ਰੋਕਣ ਨੂੰ ਕੋਈ ਕੇਂਦਰ ਸਰਕਾਰ ਥੋੜਾ ਖਾ ਰਹੀ ਹੈ ਜੀ, ਉਸਨੂੰ ਉਹਦਾ ਹਿਸਾਬ ਦੱਸ ਦੇਣ, ਲੈ ਲੈਣ। ਉਹਦੇ 'ਚ ਕੀ ਆ ਹਿਸਾਬ ਪੁੱਛਣ 'ਚ? ਜੇ ਤੁਸੀਂ ਖਰਚ ਹੀ ਨਹੀਂ ਠੀਕ ਜਗ੍ਹਾ ਕਰ ਰਹੇ ਤਾਂ ਕੀ ਹਰਜ ਕੀ ਆ? ਇਹਦਾ ਮਤਲਬ ਪੰਜਾਬ ਦਾ ਨੁਕਸਾਨ ਹੋ ਗਿਆ ਜੇ ਸਹੀ ਹਿਸਾਬ ਪੁੱਛ ਲਿਆ। ਪਹਿਲਾਂ ਬਾਦਲ ਸਾਹਿਬ ਦੇ ਟਾਈਮ ਪੁੱਛਿਆ ਸੀ ਤੇ ਉਸ ਵੇਲੇ ਤੋਂ ਹੁਣ ਤੱਕ ਨਹੀਂ ਦਿੱਤਾ ਗਿਆ। ਅਸਲੀ ਗੱਲ ਆ, ਅਰੁਣ ਜੇਟਲੀ ਜਦੋਂ ਫਾਈਨਾਂਸ ਮਿਨਿਸਟਰ ਸੀ ਉਦੋਂ ਵੀ ਪੁੱਛਿਆ ਗਿਆ ਸੀ, ਲੈਟਰ ਉਦੋਂ ਦਾ ਵੀ ਆ, ਤੇ ਇਹ ਲੈਟਰ ਹੁਣ ਫੇਰ ਆਇਆ ਤੇ ਉਹਦੇ 'ਚ ਹੋ ਹੱਲੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ। ਮੇਰੇ ਖਿਆਲ ਸੰਘੇੜਾ ਸਾਹਿਬ ਨੂੰ ਤਾਂ ਜ਼ਰੂਰ ਕਹਿਣਾ ਚਾਹੀਦਾ ਕਿ ਬਈ ਇਹ ਠੀਕ ਪੁੱਛਿਆ, ਪੁੱਛਣਾ ਚਾਹੀਦਾ, ਹਿਸਾਬ ਕਿਤਾਬ ਹੋਣਾ ਚਾਹੀਦਾ। ਤੇ ਜੇ ਹਿਸਾਬ ਕਿਤਾਬ ਹੀ ਨਹੀਂ ਰੱਖਣਗੇ ਔਰ ਫਿਰ ਲੋਕਾਂ ਤੇ ਖਰਚ ਠੀਕ ਜਗ੍ਹਾ ਹੋਇਆ ਜਾਂ ਨਹੀਂ ਹੋਇਆ, ਉਹਦਾ ਕਿੱਥੋਂ ਪਤਾ ਚੱਲੇਗਾ? ਇਸ ਲਈ ਇਹ ਸਰਕਾਰ ਨੂੰ ਇਹਦੇ ਤੇ, ਪੰਜਾਬ ਸਰਕਾਰ ਦੀ ਇਹ ਆਦਤ ਹੈ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਆ ਤੇ ਉਹਦੇ 'ਚ ਗਲਤ ਕੰਮ ਤਾਂ ਹੁੰਦਾ ਹੀ ਆ, ਤੇ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਆ ਉਹ ਕੇਂਦਰ ਦੇ ਖਿਲਾਫ ਖੜੇ ਹੋ ਜਾਂਦੇ ਆ ਡਟ ਕੇ। ਔਰ ਹੁਣ ਮਾਹੌਲ ਐਸਾ ਹੈਗਾ ਕਿ ਦੂਜੀਆਂ ਪਾਰਟੀਆਂ ਵੀ ਉਹਦੇ 'ਚ ਹਾਂ ਕਰ ਦਿੰਦੀਆਂ ਨੇ, ਪਰ ਇਹ ਇਦਾਂ ਦੀ ਕੋਈ ਗੱਲ ਨਹੀਂ ਹੈ। ਗਰੇਵਾਲ ਜੀ,
ਜੇ ਤੁਸੀਂ ਕਹਿ ਰਹੇ ਹੋ ਪੰਜਾਬ ਨਾਲ ਤਾਂ ਕੋਈ ਧੱਕਾ ਨਹੀਂ, ਪਰ ਜਦੋਂ ਗੱਲ ਕਰਦੇ ਆ ਕਿ ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ, ਕਿਹਾ ਗਿਆ ਕਿ ਰੇਲਵੇ ਟਰੈਕ ਖਾਲੀ ਕਰਾਓ, ਕਿਸਾਨ ਕਹਿ ਰਹੇ ਕਿ ਅਸੀਂ ਤਾਂ ਪਟੜੀਆਂ ਤੋਂ ਪਾਸੇ ਸੀ, ਕਿਉਂ ਰੋਕੇਗੀ ਇਹ ਰੇਲ ਗੱਡੀ? ਉਹ ਕਹਿੰਦੇ ਕਿ ਪ੍ਰੋਟੈਕਸ਼ਨ ਦਿਓ, ਇਹ ਕਹਿੰਦੇ ਪ੍ਰੋਟੈਕਸ਼ਨ ਵਾਲੀ ਕੋਈ ਜਿਹੀ ਸਥਿਤੀ ਨਹੀਂ। ਇਸ ਕਰਕੇ ਕੜੀਆਂ ਗਰੇਵਾਲ ਸਾਹਿਬ ਜੁੜ ਰਹੀਆਂ ਨਾ, ਲਗਾਤਾਰ ਕੜੀਆਂ ਜੁੜ ਰਹੀਆਂ, ਜਿਹਦੇ ਕਰਕੇ ਸਵਾਲ ਉੱਠ ਰਹੇ। ਸੁਣ ਲਓ ਮੇਰੀ ਗੱਲ, ਤੁਸੀਂ ਤਾਂ ਬੜੇ ਜਰਨਲਿਸਟ ਹੋ, ਅੱਜ ਦੇ ਨਹੀਂ ਬਹੁਤ ਸਾਲਾਂ ਤੋਂ ਮੈਂ ਦੇਖ ਰਿਹਾ। ਪੰਜਾਬੀ ਟ੍ਰਿਬਿਊਨ ਤੁਹਾਡਾ ਇੱਕ ਨਾਮ ਸੀ, ਇਹ ਹੁਣ ਤਾਂ ਇਹਦੇ ਚ ਮੀਡੀਆ ਚ ਆ ਗਏ, ਅਲੱਗ ਗੱਲ ਹੈ। ਔਰ ਮਿਹਰਬਾਨੀ ਜਗਤਾਰ ਜੀ, ਕਦੇ ਕੋਈ ਸਰਕਾਰ ਏਦਾਂ ਚੱਲੀ ਆ ਕਿ ਵਿਦਿਆਰਥੀ ਵੀਰੋ ਸੜਕ ਤੇ ਨਾ ਬੈਠੋ, ਸਾਡੀਆਂ ਗੱਡੀਆਂ ਬੱਸਾਂ ਲੰਘ ਲੈਣ ਦਿਓ, ਕਿਸਾਨ ਵੀਰੋ ਤੁਸੀਂ ਉਹ ਟਰੈਕ ਤੇ ਨਾ ਬੈਠੋ, ਸਾਡੀਆਂ ਟ੍ਰੇਨਾਂ ਲੰਘ ਲੈਣ ਦਿਓ? ਸਰਕਾਰ ਕਦੇ ਏਦਾਂ ਚੱਲੀ ਹੈ? ਸਰਕਾਰ ਨਾਲ ਗੱਲ ਕਰਨਾ, ਪੰਜਾਬ ਸਰਕਾਰ ਕੋਲ ਲਾਅ ਐਂਡ ਆਰਡਰ ਆ, ਕਿਸੇ ਨੂੰ ਹੱਥ ਜੋੜ ਕੇ ਸਰਕਾਰ ਕਦੇ ਕੰਮ ਨਹੀਂ ਕਰਦੀ। ਇਹਨੂੰ ਮੇਨਟੇਨ ਕਰਨਾ, ਇਹਨੂੰ ਚਲਾਉਣਾ, ਇਹ ਐਡਮਿਨਿਸਟ੍ਰੇਸ਼ਨ ਦਾ ਕੰਮ ਆ, ਇਹ ਸਰਕਾਰ ਦਾ ਕੰਮ ਆ। ਔਰ ਜੋ ਪੰਜਾਬ ਦੇ ਅੰਦਰ ਹੋ ਰਿਹਾ ਇਸ ਵੇਲੇ, ਮੈਂ ਸਮਝਦਾ ਉਹ ਪੰਜਾਬ ਸਰਕਾਰ ਦੀਆਂ, ਪੰਜਾਬ ਕਾਂਗਰਸ ਦੀਆਂ ਹਦਾਇਤਾਂ ਤੇ ਹੋ ਰਿਹਾ। ਹੋਰ ਕੁਝ ਐਸਾ ਬਾਕੀ ਸੀਟਾਂ ਵੀ ਸਾਰੀਆਂ ਹੈਗੀਆਂ ਨੇ, ਤੁਸੀਂ ਦੇਖ ਲਿਓ ਆ ਬਿਹਾਰ ਦੇ ਰਿਜ਼ਲਟ, ਇਹ ਵੀ ਦੇਖ ਲੈਣਾ ਜਗਤਾਰ ਜੀ। ਬੰਗਾਲ ਦੇ ਰਿਜ਼ਲਟ ਤੇ ਆਪਾਂ ਵੱਖਰੀ, ਗਰੇਵਾਲ ਜੀ ਬਿਹਾਰ ਦੇ ਰਿਜ਼ਲਟ ਤੇ ਵੱਖਰੀ ਬਹਿਸ ਕਰ ਲਾਂਗੇ, ਉੱਥੇ ਵੀ ਕਿਸਾਨ ਹੈਗਾ, ਮਿਹਰਬਾਨੀ ਆਪਾਂ ਵੱਖਰੀ ਬਹਿਸ ਕਰ ਲਾਂਗੇ। ਪਰ ਮੈਂ ਵੈਦ ਜੀ ਤੋਂ ਗਰੇਵਾਲ ਸਰ, ਮੈਂ ਵੈਦ ਜੀ ਤੋਂ ਜਵਾਬ ਲੈਣਾ ਹੈ। ਸਿੱਧੂ ਸਾਹਿਬ ਗਰੇਵਾਲ ਸਾਹਿਬ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਨੇ, ਇਹਨਾਂ ਨੇ ਕਿਹਾ ਵੀ ਇਹ ਤਾਂ ਇਸ ਤਰ੍ਹਾਂ ਜੀ ਇਹ ਤਾਂ ਪੋਲੀਟੀਕਲ ਪਾਰਟੀ ਦੀ ਗੱਲ ਕਰੂਗਾ। ਗਰੇਵਾਲ ਸਾਹਿਬ, ਤੁਸੀਂ ਕਿਹੜੀ ਪਾਰਟੀ ਦੀ ਗੱਲ ਕਰ ਰਹੇ ਹੋ? ਤੁਸੀਂ ਵੀ ਤਾਂ ਬੀਜੇਪੀ ਦੇ ਨੁਮਾਇੰਦੇ ਹੋ, ਤੁਸੀਂ ਬੀਜੇਪੀ ਦੇ ਕਾਲੇ ਕਾਨੂੰਨਾਂ ਨੂੰ ਡਿਫੈਂਡ ਕਰ ਰਹੇ ਹੋ। ਜੋ ਅੱਜ ਪੰਜਾਬ ਦੇ ਵਿੱਚ ਅਰਾਜਕਤਾ ਹੋਈ ਹੈ ਨਾ, ਜੋ ਅੱਜ ਪੰਜਾਬ ਦਾ ਕਿਸਾਨ ਦੁਖੀ ਹੈ, ਪੰਜਾਬ ਦੀ ਇਕਨੋਮੀ ਤਹਿਸ ਨਹਿਸ ਹੋ ਰਹੀ ਹੈ, ਪੰਜਾਬ ਦਾ ਬਿਜ਼ਨਸਮੈਨ ਦੁਖੀ ਹੈ, ਇਹ ਤੁਹਾਡੀ ਸਰਕਾਰ ਦੇ ਕਾਲੇ ਕਾਨੂੰਨਾਂ ਕਰਕੇ ਹੈ। ਇਹ ਜਿਹੜੀ ਰੂਰਲ ਡਿਵੈਲਪਮੈਂਟ ਫੀਸ ਆਈ ਜਾਂ ਨਹੀਂ, ਇਹ ਤਾਂ ਤੁਸੀਂ ਉੱਥੇ ਬੀਜੇਪੀ ਦੇ ਲੀਡਰ ਬੈਠੇ ਨਾ ਪੰਜਾਬ ਦੀ ਬਾਹ ਮਰੋੜ ਰਹੇ ਹੋ ਕਿ ਇਹ ਕਿਸਾਨ ਐਜੀਟੇਸ਼ਨ ਕਿਸੇ ਤਰ੍ਹਾਂ ਫੇਲ ਹੋ ਜੇ। ਜਿਹੜੀਆਂ ਤੁਸੀਂ ਇਹ ਗੱਲਾਂ ਕਰਦੇ ਹੋ ਨਾ ਗਰੇਵਾਲ ਸਾਹਿਬ, ਤੁਹਾਨੂੰ ਵੀ ਪਤਾ ਹੈ। ਮੈਂ ਅਕਸਰ ਇਹ ਕਹਿਣਾ, ਜੇ ਮੈਂ ਲਫ਼ਜ਼ ਨਹੀਂ ਯੂਜ਼ ਕਰਨਾ ਚਾਹੁੰਦਾ, ਤੁਸੀਂ ਸਿਆਣੇ ਬੰਦੇ ਹੋ, ਅੰਦਰੋਂ ਤੁਹਾਨੂੰ ਵੀ ਪਤਾ ਕੀ ਹੋ ਰਿਹਾ। ਤੁਹਾਡੀ ਮਜਬੂਰੀ ਹੈ ਇਸ ਚੈਨਲ ਦੇ ਉੱਤੇ ਬੈਠ ਕੇ ਬੀਜੇਪੀ ਦੀਆਂ ਗੱਲਾਂ ਨੂੰ ਡਿਫੈਂਡ ਕਰਨਾ। ਜਿਹੜੇ ਇਹ ਐਕਟਰ ਨੇ, ਮੈਨੂੰ ਤੁਸੀਂ ਮੇਰੀਆਂ 2-3 ਗੱਲਾਂ ਦਾ ਜਵਾਬ ਦਿਓ ਗਰੇਵਾਲ ਸਾਹਿਬ। ਬਿਹਾਰ ਦੀ ਤੁਸੀਂ ਗੱਲ ਕੀਤੀ ਹੈ, ਜਿਹੜਾ ਇਲੈਕਸ਼ਨ ਦਾ ਮੁੱਦਾ ਨਾ ਮੋਦੀ ਸਾਹਿਬ ਦਾ, ਇਹਦੇ ਤੁਹਾਨੂੰ ਆਉਣ ਵਾਲੇ 20 ਸਾਲਾਂ 'ਚ ਇਹਦੇ ਰਿਜ਼ਲਟ ਵੇਖਿਓ ਕੀ ਹੋਣਗੇ। ਅੱਜ ਮੈਂ ਚੈਨਲ ਤੇ ਬੈਠ ਕੇ ਕੋਈ ਗੱਲ ਕਹਿਣਾ ਨਹੀਂ ਚਾਹੁੰਦਾ, ਇਹ ਤੁਹਾਨੂੰ ਵੀ ਪਤਾ ਕੀ ਹਾਲਾਤ ਬਣਨਗੇ ਜੇ ਤੁਸੀਂ ਸਟੇਟਾਂ ਦਾ ਇਸ ਤਰ੍ਹਾਂ ਹੀ ਘਾਣ ਕਰੋਗੇ ਨਾ, ਫੈਡਰਲ ਢਾਂਚੇ ਦਾ ਸਤਿਆਨਾਸ਼ ਕਰੋਗੇ ਤੁਸੀਂ, ਤੇ ਤੁਸੀਂ ਇਸ ਮੁਲਕ ਦੇ ਹਾਲਾਤ ਵੇਖਿਓ ਕੀ ਹੋਣਗੇ। ਇਹ ਤਾਂ ਮੋਦੀ ਸਾਹਿਬ ਨੇ ਇੱਕ ਨਬਜ਼ ਫੜ ਲਈ। ਮੈਂ ਇੱਕ ਤੁਹਾਨੂੰ ਸ਼ਾਇਦ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਮੇਰਾ ਵੀਰ ਨਾ ਵੱਡਾ, ਮੇਰੇ ਕਹੇ ਤੱਕ ਕਿਤਾਬ ਪੜ੍ਹ ਲਾ ਬੀਜੇਪੀ ਤੇ, ਗੁਜਰਾਤ ਫਾਈਲਸ, ਛੋਟੀ ਜਿਹੀ ਕਿਤਾਬ ਹੈ 120 ਪੰਨਿਆਂ ਦੀ, ਰਾਣਾ ਅਯੂਬ ਨੇ ਲਿਖੀ ਹੈ। ਮੇਰਾ ਖਿਆਲ ਹੈ ਕਿ ਤੁਹਾਨੂੰ ਵੈਸੇ ਤਾਂ ਗਿਆਨ ਹੈਗਾ ਹੀ ਆ ਬਹੁਤ ਜ਼ਿਆਦਾ ਕਿ ਬੀਜੇਪੀ ਨੇ ਸਟੇਟ ਗੁਜਰਾਤ ਵਿੱਚ ਕੀ ਕੀਤਾ ਤੇ ਹਿੰਦੁਸਤਾਨ ਦੇ ਵਿੱਚ 4 ਤੋਂ ਲੈ ਕੇ 6 ਸਾਲਾਂ ਤੱਕ ਹੁਣ ਕੀ ਕੀਤਾ। ਤੁਸੀਂ ਬਿਹਾਰ ਦੀ ਇਲੈਕਸ਼ਨ ਦੀ ਗੱਲ ਕਰਦੇ, ਇੱਕੋ ਹਿੰਦੂਤਾ ਵਾਲਾ ਜਿਹੜੇ ਨਬਜ਼ ਆ ਨਾ, ਉਹ ਮੋਦੀ ਸਾਹਿਬ ਨੇ ਫੜ ਲਈ। ਲੇਕਿਨ ਦੇਸ਼ ਦੀਆਂ ਮਾਈਨੋਰਿਟੀਜ਼, ਦਲਿਤ, ਜੋ ਕਹਾਣ ਮੋਦੀ ਸਰਕਾਰ ਕਰ ਰਹੀ ਹੈ, ਕਦੇ ਕਿਸੇ ਸਰਕਾਰ ਨੇ ਨਹੀਂ ਕੀਤਾ। ਮੈਨੂੰ ਇਹ ਗੱਲ ਦੱਸੋ ਗਰੇਵਾਲ ਸਾਹਿਬ, ਕਿ ਜਿਹੜੀ ਸੈਂਟਰ ਹੈ, ਜੇ ਉਹ ਸਟੇਟਾਂ ਨੂੰ ਇੰਦਾ ਤੰਗ ਕਰੇਗੀ, ਕਿ ਜਿਹਨੂੰ ਮਾਂ ਆ ਜਾਂ ਪਿਓ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਤੰਗ ਕਰਦਾ ਹੈ। ਆ ਰਾਜਸਥਾਨ ਵਾਲਾ ਥੋੜਾ ਮਸਲਾ ਸੀ, ਇੱਕ ਮਿੰਟ ਉਹਦੇ ਆਪਣੇ ਚੀਫ ਮਿਨਿਸਟਰ ਦੇ ਭਰਾਵਾਂ ਦੇ ਉੱਤੇ ਈਡੀ ਦੀਆਂ ਰੇਡ, ਸੀਬੀਆਈ ਦੀ ਰੇਡ, ਸਾਰਾ ਕੁਝ ਜੋ ਤੁਸੀਂ ਉੱਥੇ ਐਮਪੀ ਦੇ ਵਿੱਚ ਕੀਤਾ, ਸਰਕਾਰ ਨੂੰ ਡੇਗਿਆ ਕਾਂਗਰਸ ਦੀ ਨੂੰ, ਇਹ ਕਿੱਥੋਂ ਦੀਆਂ? ਨੰਬਰ 2, ਇੱਕ ਰਾਜ ਸਭਾ ਦੀ ਗੱਲ, ਇਸ ਐਕਟ ਸਿੱਧੂ ਸਾਹਿਬ, ਇਸ ਐਕਟ ਤੇ ਆ ਜੀ ਉਹ ਛੱਡ ਦਈਏ, ਕਿਉਂਕਿ ਇਹਨਾਂ ਨੇ ਬਿਹਾਰ ਦੀ ਗੱਲ ਕੀਤੀ ਸੀ। ਮੈਂ ਤਾਂ ਤੁਹਾਡੇ ਤੋਂ ਸਵਾਲ ਲੈ ਲੈਣਾ। ਇੱਕ ਮਿੰਟ ਸਿੱਧੂ ਸਾਹਿਬ ਇੱਕ ਮਿੰਟ। ਰਾਜ ਸਭਾ ਦੇ ਵਿੱਚ ਤੁਹਾਡੀ ਐਨਡੀਏ ਦੇ ਘੱਟ ਮੈਂਬਰ ਸੀਗੇ। ਜੇ ਤੁਸੀਂ ਵੀਡੀਓ ਦੇਖੋ, ਵੀਡੀਓ ਦੇ ਵਿੱਚ ਤੁਹਾਡਾ ਚੇਅਰਮੈਨ ਆਫ ਰਾਜ ਸਭਾ ਕੈਮਰੇ ਦੇ ਵਿੱਚ ਰਿਕਾਰਡ ਹੋਇਆ, ਉਹ ਦੇਖ ਲਿਓ ਗਰੇਵਾਲ ਸਾਹਿਬ। ਜਦੋਂ ਲੋਕਾਂ ਨੇ, ਐਮਪੀਆਂ ਨੇ ਰੌਲਾ ਪਾਇਆ, ਉਹਦੇ ਮੂੰਹੋਂ ਸਹਿਬਨ ਨਿਕਲਿਆ ਕਾਲੀ ਕਾਲੀ, ਕਿਉਂਕਿ ਘਬਰਾਇਆ ਸੀ। ਦਿਸ ਇਜ਼ ਦਾ ਆਰਡਰ ਆਫ ਦਾ ਗਵਰਨਮੈਂਟ, ਦਿਸ ਇਜ਼ ਦਾ ਆਰਡਰ ਆਫ ਦਾ ਗਵਰਨਮੈਂਟ। ਯਾਰ ਤੁਸੀਂ ਡੈਮੋਕ੍ਰੇਸੀ ਦਾ ਘਾਣ ਰਾਜ ਸਭਾ ਦੇ ਵਿੱਚ ਕਰ ਦਿੱਤਾ 70 ਸਾਲਾਂ 'ਚ ਪਹਿਲੀ ਵਾਰ। ਜੀ ਬਿਲਕੁਲ ਤੁਸੀਂ ਤੋੜਾ ਝਾੜਦਾ
ਕਿ ਜਿਹੜਾ ਕਿ ਡੈਮੋਕ੍ਰੇਸੀ ਦਾ ਘਾਣ ਕਰ ਦਿੱਤਾ। ਇਸ ਮੁੱਦੇ ਤੇ ਆਪਾਂ ਚਰਚਾ ਜਾਰੀ ਰੱਖਾਂਗੇ। 100% ਮੇਰੀ ਮਜਬੂਰੀ ਹੈ ਬ੍ਰੇਕ ਦੀ। ਸੋ ਮੇਰੀ ਵੀ break ਦੀ- ਮਜਬੂਰੀ ਹੈ ਜੀ, ਸੱਚੀ ਦੱਸਾਂ ਦਿਲ ਬਹੁਤ ਦੁਖੀ ਹੈ, ਜੀ ਨਹੀਂ ਕਰਦਾ। ਗਰੇਵਾਲ ਸਾਹਿਬ ਡਿਫੈਂਡ ਕਰੀ ਜਾਂਦੇ ਆ, ਉਹ ਯਾਰ ਪੰਜਾਬ ਵਾਸਤੇ ਗੱਲ ਕਰੋ ਗਰੇਵਾਲ ਸਾਹਿਬ, ਪੰਜਾਬੀਆਂ ਦੀ ਗੱਲ ਕਰੋ। ਜਿਹੜੀਆਂ ਜੀ ਤੁਸੀਂ ਜੀ, ਪੂਰਾ ਉਦਾਹਰਨਾਂ ਪੰਜਾਬ ਦਿੱਤੀਆਂ, ਅਰੁਣ ਜੇਟਲੀਆਂ ਦੂਜੀਆਂ ਕਿਉਂ ਦਿੰਦੇ ਹੋ? ਉੱਥੇ ਜਾ ਕੇ ਸਾਰੀ ਸਰ- ਲੀਡਰਸ਼ਿਪ ਮੋਦੀ ਸਾਹਿਬ ਅੱਗੇ ਹੱਥ ਪੈਰ ਜੋੜੋ ਕਿ ਸਾਡੇ ਪੰਜਾਬ ਦੀ ਇਕਨੋਮੀ ਨੂੰ ਬਚਾ ਲਓ। ਨਾ ਓਕੇ, ਆਪਾਂ ਜਵਾਬ ਲੈਣੇ ਆ ਬਾਈ ਜੀ। ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਸ ਮੁੱਦੇ ਤੇ ਪਾਰਟੀਆਂ ਦੇ ਮਤਭੇਦ ਹੋ ਸਕਦੇ ਆ, ਪਰ ਜਿਹੜੇ ਮੁੱਦੇ ਹੈਗੇ ਆ, ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਅੱਜ ਸੰਕਟ ਚੋਂ ਗੁਜ਼ਰ ਰਿਹਾ ਹੈ, ਉਹਦੇ ਤੇ ਹਰ ਪੰਜਾਬੀ ਦਾ ਦਿਲ ਦੁਖਦਾ ਹੈ ਜੀ। ਜਿੱਦਾਂ ਤੁਸੀਂ ਗੱਲ ਕੀਤੀ ਹੈ, ਆਪਾਂ ਨੂੰ ਬ੍ਰੇਕ ਲੈਣੀ ਪੈਣੀ ਹੈ। ਬ੍ਰੇਕ ਤੋਂ ਬਾਅਦ ਇਸੇ ਮਾਮਲੇ ਤੇ ਆਪਾਂ ਵਾਪਸ ਆ ਰਹੇ ਹਾਂ। ਛੋਟੀ ਜਿਹੀ ਬ੍ਰੇਕ ਦੇ ਬਾਅਦ ਇੰਨੇ ਮੁੱਦਿਆਂ ਤੇ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਆਪਣੀ ਚਰਚਾ ਜਾਰੀ ਰੱਖਾਂਗੇ। ਨਜ਼ਰੀਏ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਆਪਾਂ ਚਰਚਾ ਕਰ ਰਹੇ ਹਾਂ ਪੰਜਾਬ ਦੇ ਜਿਹੜਾ ਸਭ ਤੋਂ ਵੱਡਾ ਸਵਾਲ ਉੱਠ ਰਿਹਾ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ ਨਾਲ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਹੈ। ਫੰਡ ਰੋਕਣ ਦੇ ਮੁੱਦੇ ਦੀ ਗੱਲ ਕਰ ਲਈਏ, ਰੇਲ ਗੱਡੀਆਂ ਦੇ ਮੁੱਦੇ ਦੀ ਗੱਲ ਕਰ ਲਈਏ, ਜਾਂ ਕਿਸਾਨੀ ਅੰਦੋਲਨ ਦੀ ਗੱਲ ਕਰ ਲਈਏ, ਪਰ ਭਾਜਪਾ ਦਾ ਕਹਿਣਾ ਹੈ, ਖਾਸ ਤੌਰ ਤੇ ਕੈਪਟਨ ਅਮਰਿੰਦਰ ਤੇ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਕਿ ਜੇ ਹਾਲਾਤ ਵਿਗੜ ਰਹੇ ਆ ਤੇ ਕੈਪਟਨ ਅਮਰਿੰਦਰ ਜ਼ਿੰਮੇਵਾਰ ਹੈ। ਵਾਕਈ ਕੈਪਟਨ ਅਮਰਿੰਦਰ ਜ਼ਿੰਮੇਵਾਰ ਹੈ ਜਾਂ ਇਸ ਦੇ ਹੋਰ ਕਾਰਨ ਹੈਗੇ? ਇਹਨਾਂ ਮੁੱਦਿਆਂ ਤੇ ਆਪਾਂ ਚਰਚਾ 'ਚ ਆਪਣੇ ਮਹਿਮਾਨਾਂ ਨੂੰ ਲੈ ਕੇ ਆ ਰਹੇ ਹਾਂ। ਸਿੰਗੜਾ ਜੀ, ਮੈਂ ਪਹਿਲਾ ਸਵਾਲ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਲੈਣ ਲੱਗਿਆ ਹਾਂ। ਬ੍ਰੇਕ ਤੋਂ ਪਹਿਲਾਂ ਗਰੇਵਾਲ ਸਾਹਿਬ ਇਹ ਕਹਿ ਰਹੇ ਸੀ ਕਿ ਜਿਹੜਾ ਮਾਹੌਲ ਬਣਿਆ ਵਾ, ਇਹਦੇ ਮਾਹੌਲ ਦੇ ਲਈ ਕੈਪਟਨ ਅਮਰਿੰਦਰ ਦੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ। ਪੰਜਾਬ 'ਚ ਕਿਸਾਨੀ ਅੰਦੋਲਨ ਨੂੰ ਜਿਸ ਤਰੀਕੇ ਨਾਲ ਭੜਕਾਇਆ ਜਾ ਰਿਹਾ ਹੈ, ਜਿੱਦਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹੈ, ਉਹ ਕਹਿੰਦੇ ਜਾਂਚ ਜਿਹੜੀ ਕਿ ਕਰਨ ਤੇ ਕੀ ਸਮੱਸਿਆ ਹੈਗੀ ਹੈ ਤੇ ਜੋ ਕੁਝ ਕੀਤਾ ਜਾ ਰਿਹਾ ਹੈ, ਇਹਦੀ ਮੁੱਖ ਵਜ੍ਹਾ ਹੈਗੀ ਹੈ ਕੈਪਟਨ ਅਮਰਿੰਦਰ ਤੇ ਪੰਜਾਬ ਦੀਆਂ ਪ੍ਰਸਥਿਤੀਆਂ ਦੇ ਵਿਗਾੜ ਲਈ ਉਹ ਹੈ। ਨਾ ਕਿ ਜਦੋਂ ਆਪਾਂ ਭਾਜਪਾ ਦੀ ਗੱਲ ਕਰਦੇ ਹਾਂ, ਕਿਧਰੇ ਵੀ ਭਾਜਪਾ ਜ਼ਿੰਮੇਵਾਰ ਨਹੀਂ ਹੈ ਪੰਜਾਬ ਦੇ ਹਾਲਾਤ ਵਿਗਾੜਨ ਦੇ ਲਈ। ਜੀ ਸਿੰਗੜਾ ਜੀ। ਸਿੱਧੂ ਸਾਹਿਬ, ਹਾਲਾਤ ਜਿਹੜੇ ਆ, ਹਾਲਾਤ ਥੋੜੀ ਵਿਗੜੇ ਹੋਏ। ਇਹ ਤਾਂ ਇੱਕ ਕੇਂਦਰ ਸਰਕਾਰ ਜਿਹਦੀ ਸ਼ਕਤੀ ਪੰਜਾਬ ਸਰਕਾਰ ਨਾਲੋਂ ਵੱਧ ਹੈ, ਉਹ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰ ਰਹੀ ਆ ਤੇ ਦੇਸ਼ ਭਰ ਦੇ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਆ। 3 ਕਾਨੂੰਨ ਬਣਾਤੇ ਉਹਨਾਂ ਦੀ ਜਿੜਸ ਲੁੱਟਣ ਲਈ ਤੇ ਜ਼ਮੀਨਾਂ ਹਥਿਆਉਣ ਲਈ ਛੋਟੇ ਕਿਸਾਨਾਂ ਤੋਂ, ਤੇ ਉਹਦਾ ਵਿਰੋਧ ਕਰ ਰਿਹਾ ਹੈ ਕਿਸਾਨ, ਤੇ ਉਹਦੇ ਚ ਨਾਲ ਬਦਲਾਖੋਰੀ ਚ ਆਈ ਹੋਈ ਆ। ਕਦੇ ਰੇਲਾਂ ਬੰਦ ਕਰਤੀਆਂ, ਕਦੇ ਕੁਛ ਕਰ ਦਿੱਤਾ। ਆ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕੀਤੀ ਆ ਨਾ, ਜਗਤਾਰ ਜੀ, ਮੈਂ ਤੁਸੀਂ ਆਪਣੀ ਗੱਲ ਚੇਤੇ ਰੱਖਿਓ। ਜਗਤਾਰ ਜੀ, ਮੈਂ ਤੁਹਾਨੂੰ ਟੋਕ ਕੇ ਕਹਿ ਰਿਹਾ, ਤੁਸੀਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਹੈ। ਭਾਜਪਾ ਆਗੂਆਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਸ਼ਹਿਰੀ ਨਕਸਲਵਾਦ ਹੈ, ਜਿਹਨੂੰ ਕੈਪਟਨ ਅਮਰਿੰਦਰ ਵੀ ਸ਼ਹਿ ਦੇ ਰਿਹਾ, ਜਿਹਦੇ ਕਰਕੇ ਹਾਲਾਤ ਵਿਗੜ ਰਹੇ ਹੈ, ਇਹ ਕਿਸਾਨੀ ਅੰਦੋਲਨ ਬਾਰੇ ਕਮੈਂਟਸ ਆ ਰਹੇ। ਜਗਤਾਰ ਜੀ, ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਬਹੁਤ ਕੁਝ ਕਹਿ ਰਹੇ ਆ ਜੀ। ਸ਼ਹਿਰੀ ਨਕਸਲਵਾਦ ਵੀ ਕਹਿ ਰਹੇ ਆ, ਕਿਸਾਨਾਂ ਨੂੰ ਵਿਚੋਲੀਏ ਵੀ ਕਹਿ ਦਿੱਤਾ ਆ, ਹੋਰ ਕਈ ਕੁਝ ਕਹਿ ਰਹੇ ਆ। ਮੈਂ ਤਾਂ ਠੋਸ ਤੁਹਾਨੂੰ ਗੱਲ ਜਿਹੜੀ ਕਰਨੀ ਚਾਹੁੰਦਾ, ਜਿਹੜੀ ਗਰੇਵਾਲ ਸਾਹਿਬ ਨੇ ਟਵਿਸਟ ਕਰਤੀ ਹੈ ਵੀ ਜਿਹੜੀ ਜਿਣਸ ਖਰੀਦੀ ਹੈ ਇਹਨਾਂ ਨੇ ਪੰਜਾਬ ਵਿੱਚੋਂ, ਇਹ ਜਿਹੜਾ ਰੂਰਲ ਡਿਵੈਲਪਮੈਂਟ ਫੀ ਹੈ ਜਿਹੜੀ 17-18 ਕਰੋੜ ਹੈਗੀ ਆ, 1700-1800 ਕਰੋੜ ਹੈਗੀ ਆ, ਇਹ ਕੋਈ ਗ੍ਰਾਂਟ ਥੋੜੀ ਆ ਜਾਂ ਕੋਈ ਇਹਨਾਂ ਦੀ ਮਰਜ਼ੀ ਦੀ ਗੱਲ ਥੋੜੀ ਆ। ਇਹਨਾਂ ਨੇ ਚੀਜ਼ ਕੀ ਆ, ਜਿਸ ਤਰ੍ਹਾਂ ਮੈਂ ਏਜੰਸੀ ਤੋਂ ਕਾਰ ਖਰੀਦ ਕੇ ਲਿਆਵਾਂ, ਉਹਦੇ ਤੇ ਟੈਕਸ ਵੀ ਏਜੰਸੀ ਨੇ ਅੱਗੇ ਪੇ ਕਰਨਾ, ਉਹਨੇ ਮੇਰੇ ਕੋਲੋਂ ਵਸੂਲਣਾ ਬਾਇਰ ਕੋਲੋਂ, ਉਹਦੀ ਹੋਰ ਵੀ ਕੁਝ ਖਰਚੇ ਹੋਣਗੇ। ਮੈਂ ਥੋੜੇ ਬਹੁਤ ਪੈਸੇ ਦੇ ਕੇ ਮੇਨ ਖਰਚੇ ਮੈਂ ਕਹਿ ਦੇਵਾਂ ਮੈਂ ਕੱਲ ਨੂੰ ਦੇ ਦੂੰਗਾ, ਬਾਅਦ ਦੇ ਦੂੰਗਾ, ਕਾਰ ਲੈ ਆਵਾਂ ਤਾਂ ਉਹਦੇ ਖਰਚੇ ਨਾ ਦੇਵਾਂ। ਇਹ ਤਾਂ ਖਰੀਦਦਾਰ ਨੇ ਖਰਚੇ ਦੇਣੇ ਹੁੰਦੇ ਆ। ਖਰੀਦਦਾਰ ਹੈਗੀ FCI, ਇਹ ਉਹਨੂੰ ਰੋਕ ਕੇ ਬੈਠ ਗਿਆ। ਮੈਂ ਤਾਂ ਪਹਿਲਾਂ ਕਹਿ ਚੁੱਕਾ ਇਲੀਗਲ ਹੈ ਇਹ। ਇਹਨਾਂ ਨੇ ਇਹ ਦੱਸਿਆ ਨਹੀਂ ਹੈ ਵੀ ਕਿਉਂ ਰੋਕੀ ਆ। ਬਾਕੀ ਗਰੇਵਾਲ ਸਾਹਿਬ ਨੇ ਜਿਹੜੀ ਕਿਹਾ ਵੀ ਅਸੀਂ ਇਨਕੁਆਇਰੀ ਕਰ ਸਕਦੇ ਹਾਂ, ਜੀ ਸਦਕੇ ਕਰੋ। ਮੈਂ ਤਾਂ ਕਹਿੰਦਾ ਅਸੀਂ ਤਾਂ ਵੈਲਕਮ ਕਰਦੇ ਹਾਂ ਜੇ ਤੁਸੀਂ ਇਨਕੁਆਇਰੀ ਕਰੋਗੇ, ਪਰ ਤੁਸੀਂ ਇਨਕੁਆਇਰੀ ਦੇ ਇਵਜ਼ ਵਿੱਚ ਖਰੀਦੀ ਹੋਈ ਜਿਣਸ ਦਾ ਪੂਰਾ ਭੁਗਤਾਨ ਨਹੀਂ ਕੀਤਾ। RDF ਇਜ਼ ਪਾਰਟ ਆਫ ਦੈਟ ਭੁਗਤਾਨ। ਉਹ ਭੁਗਤਾਨ ਪੂਰਾ ਕਰੋ, ਕਿਉਂਕਿ ਲੋਕਾਂ ਦੇ ਪੈਸੇ ਖਰਚਣੇ ਆ ਸਰਕਾਰ ਨੇ। ਦੂਸਰੀ ਗੱਲ ਗਰੇਵਾਲ ਸਾਹਿਬ, ਬੇਨਤੀ ਹੈ, ਜਦੋਂ ਤੁਹਾਡੀ ਭਾਜਪਾ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਪੰਜਾਬ ਦੇ ਵਿੱਚ ਇੱਕ ਅਨਾਜ ਘੁਟਾਲਾ ਹੋਇਆ ਸੀਗਾ। ਜਾਣ ਲੱਗਿਆ ਤੁਸੀਂ, ਕਾਂਗਰਸ ਨੇ ਵੀ ਰੈਲੀ ਕੀਤੀ ਸੀ ਸਟੇਟ ਲੈਵਲ ਤੇ, ਅਸੀਂ ਵੀ ਰੈਲੀ ਕੀਤੀ ਸੀ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਅਸੀਂ ਇਸ ਘੁਟਾਲੇ ਦੀ ਇਨਕੁਆਇਰੀ ਕਰਾਵਾਂਗੇ, ਜ਼ਿੰਮੇਵਾਰ ਅਫਸਰਾਂ ਤੇ ਮੰਤਰੀਆਂ ਨੂੰ ਅੰਦਰ ਕਰਾਂਗੇ। ਉਹ ਜਾਣ ਲੱਗੇ, ਤੁਸੀਂ ਉਹਦਾ ਕਰਜ਼ਾ ਬਣਾਤਾ, ਕਾਂਗਰਸ ਨੇ ਵੀ ਕਬੂਲ ਕਰ ਲਿਆ ਕਿਉਂਕਿ ਤੁਸੀਂ ਇਕੱਠੇ ਹੋ ਕੇ ਇਲੈਕਸ਼ਨ ਲੜੇ ਸੀਗੇ। ਤੁਸੀਂ ਉਹਦੀ ਵੀ ਇਨਕੁਆਇਰੀ ਕਰਾ ਲਓ। 32,000 ਕਰੋੜ ਤੁਸੀਂ ਪੰਜਾਬੀਆਂ ਦੇ ਗਲ ਪਾਤਾ, ਅਸੀਂ ਵਿਆਜ ਦੇਈ ਜਾਂਦੇ ਆ, ਟੈਕਸ ਪੇਅਰ ਤੇ ਵਿਆਜ ਵੀ ਜਾਣਾ ਆ, ਪੰਜਾਬ ਸਰ ਕਰਜ਼ਾ ਹੋਰ ਵਧੀ ਜਾਂਦਾ ਆ।
ਤੁਸੀਂ ਜਿਹੜੀ 4 ਲੱਖ ਟਨ ਡੈਮੇਜ ਨਾਲ ਹੀ ਕਣਕ ਜਿਹੜੀ ਖਰਾਬ ਹੋ ਗਈ ਹੈ FCI ਦੀ 4 ਲੱਖ ਟਨ ਕਣਕ ਹੋ ਗਈ ਹੈ ਡੈਮੇਜ ਨਾਲ ਤੇ ਲਾਸ ਨਾਲ ਖਰਾਬ, ਜਿਹੜੀ ਕਿ ਮਾਫੀਆ FCI ਦੇ ਵਿੱਚ ਕੰਮ ਕਰ ਰਿਹਾ, ਵਿੱਚੇ ਤੁਹਾਡੇ ਮੰਤਰੀ ਨੇ, ਵਿੱਚੇ ਤੁਹਾਡੇ ਅਫਸਰ ਨੇ, ਉਹਦੇ ਨਾਲ ਉਹ ਆਪਸ ਵਿੱਚ ਹੀ ਵੰਡ ਲੈਂਦੇ ਆ। ਉਹਦੀ ਵੀ ਇਨਕੁਆਇਰੀ ਕਰਾ ਲਓ। 484 ਜਿਹੜਾ ਇਹ ਲੱਖ 484 ਕਰੋੜ ਜਿਹੜਾ ਹਰ ਸਾਲ ਘਪਲਾ ਹੁੰਦਾ ਆ, ਉਹਦੀ ਵੀ ਇਨਕੁਆਇਰੀ ਕਰਾ ਲਓ। CBI ਤੋਂ ਕਰਾਓ, ਨਾਲੇ ਟਾਈਮ ਬਾਉਂਡ ਕਰਵਾਓ। ਅਸੀਂ ਤਾਂ ਇਨਕੁਆਇਰੀ ਕਰਾਉਣ ਤੋਂ ਰੋਕਦੇ ਨਹੀਂ ਹੈ। ਜੇ ਤੁਸੀਂ ਏਦਾਂ ਇਨਕੁਆਇਰੀਆਂ ਕਰਾਉਣੀਆਂ, ਪੰਜਾਬ ਸਰਕਾਰ ਦੇ ਜਿਹੜੇ ਘਪਲੇ ਆ, ਈਵਨ ਆਹ ਜਿਹੜਾ ਮੰਤਰੀ ਧਰਮਸੋਤ ਜੀ ਵਾਲਾ ਘਪਲਾ ਆ, ਉਹਦੀ ਵੀ ਇਨਕੁਆਇਰੀ ਤੁਸੀਂ CBI ਤੋਂ ਕਰਾਓ। ਉਹਨਾਂ ਨੂੰ ਕਹੋ 2 ਮਹੀਨੇ 'ਚ ਰਿਪੋਰਟ ਦੇ ਦੇਣ, ਅਸੀਂ ਤਾਂ ਵੈਲਕਮ ਕਰਾਂਗੇ। ਪਰ ਕਿਸੇ ਕੋਲੋਂ ਖਰੀਦੀ ਹੋਈ ਚੀਜ਼ ਦਾ ਮੁਕੰਮਲ ਭੁਗਤਾਨ ਕਰਨਾ ਚਾਹੀਦਾ। ਜੇ ਉਹ ਚੀਜ਼ ਬਲੈਕਮੇਲ ਕਰਦੇ ਹੋਏ ਕੇਂਦਰ ਸਰਕਾਰ ਰੋਕਦੀ ਹੈ ਤੇ ਫਿਰ ਇਹ ਕਲੀਅਰ ਕੱਟ ਹੀ ਆ, ਜਿਹੜੀ ਅਜੇ ਮੰਗ ਜ਼ੋਰ ਨਹੀਂ ਫੜ ਸਕੀ ਕਿ ਅਸਲ 'ਚ ਫੈਡਰਲਿਜ਼ਮ ਨੂੰ ਖਤਰਾ ਆ, ਰਾਜਾਂ ਦੇ ਨੂੰ ਆਪਣੇ ਅਧਿਕਾਰਾਂ ਦਾ ਖਤਰਾ ਆ। ਵੱਧ ਅਧਿਕਾਰ ਤਾਂ ਰਾਜਾਂ ਕੋਲ ਪਹਿਲਾਂ ਹੀ ਨਹੀਂ ਹੈਗੇ, ਜਿਹੜੇ ਹੈਗੇ ਆ ਉਹ ਵੀ ਤੁਸੀਂ ਵਾਰੀ-ਵਾਰੀ ਐਕਟ ਬਣਾ ਕੇ ਵਾਪਸ ਲੈ ਰਹੇ ਹੋ, ਤੇ ਜਿਹੜੇ ਜੇ ਵਾਪਸ ਨਹੀਂ ਵੀ ਲਏ ਉਹ ਚਿੱਠੀ ਕੱਢ ਕੇ ਹੀ ਧੱਕਾ ਕਰੀ ਜਾ ਰਹੇ ਹੋ। ਸੋ ਦਿਸ ਇਜ਼ ਇਲੀਗਲ। ਇਟ ਇਜ਼ ਨਾਟ ਐਕਸਪੈਕਟਡ ਦੀ ਸੈਂਟਰਲ ਗਵਰਨਮੈਂਟ, ਬਿਕੋਜ਼ ਪੰਜਾਬ ਗਵਰਨਮੈਂਟ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਉਹ ਵੀ ਲੋਕਾਂ ਦੁਆਰਾ ਚੁਣੀ ਹੋਈ ਆ, ਜਿੱਦਾਂ ਕੇਂਦਰ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਹੋਈ ਆ। ਡੈਮੋਕ੍ਰੇਸੀ ਦੇ ਥੋੜੇ ਬਹੁਤੇ ਜਿਹੜੇ ਅਸੂਲ ਰਹਿਣ ਦੇਣੇ ਚਾਹੀਦੇ ਮੇਰੇ ਖਿਆਲ ਤਾਂ। ਜੀ ਜਗਤਾਰ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਗਰੇਵਾਲ ਸਾਹਿਬ ਹਾਂਜੀ, ਬ੍ਰੇਕ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਜਿਹੜਾ ਕਿ ਵੈਦ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਸਥਿਤੀਆਂ ਜਿਸ ਤਰੀਕੇ ਦੀਆਂ ਬਣਾਈਆਂ ਜਾ ਰਹੀਆਂ ਹੈ, ਉਹਦੇ ਲਈ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਜਾਂ ਇਹਨਾਂ ਦੀ ਕੇਂਦਰ ਦੀ ਸਰਕਾਰ, ਉਹਨਾਂ ਨੇ ਈਵਨ ਅੱਜ ਦਾ ਆਪਣਾ ਮੁੱਦਾ ਨਹੀਂ ਹੈ, ਉਹਨਾਂ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਦੇ ਬੇਟੇ ਨੂੰ ਜਿਸ ਤਰੀਕੇ ਨਾਲ ਸਮਨ ਭੇਜੇ ਗਏ ਹੈ, ਜੋ ਸਮਾਂ ਚੁਣਿਆ ਗਿਆ, ਔਰ ਖਾਸ ਤੌਰ ਤੇ ਬਾਰ-ਬਾਰ ਦੋਨੇ ਬੁਲਾਰਿਆਂ ਵੱਲੋਂ ਕਿਹਾ ਗਿਆ ਕਿ ਸੰਘੀ ਢਾਂਚੇ ਦੇ ਉੱਤੇ ਬਹੁਤ ਵੱਡੀ ਚੋਟ ਕਰ ਰਿਹਾ ਕੇਂਦਰ, ਅਧਿਕਾਰ ਖੋ ਰਿਹਾ, ਮਿਊਨਿਸਪਲ ਕਮੇਟੀਆਂ ਬਣਾ ਕੇ ਰੱਖਤੀਆਂ ਸਟੇਟਸ। ਸਿੰਗੜਾ ਜੀ ਦਾ ਕਹਿਣਾ ਹੈ ਜੇ ਘਪਲਿਆਂ ਦੀ ਇਨਕੁਆਇਰੀ ਕਰਾਉਣੀ ਹੈ ਕਰਾਓ, ਮੋਸਟ ਵੈਲਕਮ, ਪਰ ਰਾਜਾਂ ਦੇ ਅਧਿਕਾਰ ਨਾ ਖੋ। ਜੀ ਗਰੇਵਾਲ ਜੀ। ਪਹਿਲਾਂ ਤਾਂ ਜਗਤਾਰ ਜੀ ਮੈਂ ਸਿੱਧੂ ਸਾਹਿਬ ਜਗਤਾਰ ਸੰਘੇੜਾ ਜੀ ਦੀ ਗੱਲ ਦਾ ਜਵਾਬ ਦਿੰਦਾ। ਜਿਹੜਾ ਇਹ ਕਹਿੰਦੇ ਕਿ CBI ਨੂੰ ਇਨਕੁਆਇਰੀ ਦੇ ਦਿਓ, CBI ਨੂੰ ਜਾਂ ਤਾਂ ਸਟੇਟ ਗਵਰਨਮੈਂਟ ਰਿਕਮੈਂਡ ਕਰ ਸਕਦੀ ਹੈ ਜੇ ਸਟੇਟ ਦਾ ਕੇਸ ਹੋਵੇ, ਜਾਂ ਉੱਥੋਂ ਦੀ ਹਾਈ ਕੋਰਟ ਕਹਿ ਸਕਦੀ ਹੈ। ਸੈਂਟਰਲ ਗਵਰਨਮੈਂਟ ਆਪਣੇ ਆਪ CBI ਨੂੰ ਨਹੀਂ ਦੇ ਸਕਦੀ। ਪਹਿਲੀ ਗੱਲ ਤਾਂ ਇਹ ਆ। ਔਰ ਦੂਸਰਾ ਕੀ ਹੈ ਕਿ ਜਿਹੜਾ ਇਹ ਕਹਿੰਦੇ ਆ ਕਿ ਪੈਸਾ ਰੋਕ ਲਿਆ, ਪੈਸਾ ਇਸ ਕਰਕੇ ਰੁਕਿਆ ਕਿ ਵੀ ਤੁਸੀਂ ਠੀਕ ਜਗ੍ਹਾ ਤੇ ਉਹਨੂੰ ਖਰਚ ਵੀ ਕਰ ਰਹੇ ਹੋ, ਜਿਸ ਲਈ ਉਹ ਫੰਡ ਹੈਗਾ, ਤੇ ਉਹਦਾ ਉਹ ਜਵਾਬ ਦੇ ਦੇਣਗੇ, ਉਹ ਹੋ ਜਾਏਗਾ। ਔਰ ਰਣਿੰਦਰ ਸਿੰਘ ਜੀ ਦੀ ਜੋ ਗੱਲਬਾਤ ਕਹੀ ਹੈ ਇਹਨਾਂ ਨੇ, ਉਹ ਕੇਸ ਪੁਰਾਣਾ ਹੈਗਾ, ਉਹ ਆਪਣੇ ਪ੍ਰੋਸੈਸ 'ਚ ED ਚੱਲਦਾ ਰਹਿੰਦਾ। ਉਹਨਾਂ ਨੇ ਕਦੋਂ ਬੁਲਾਉਣਾ, ਕਦੋਂ ਕੀ ਕਰਨਾ, ਇਹਦੇ 'ਚ ਸਰਕਾਰ ਦਾ ਕੋਈ ਮਤਲਬ ਨਹੀਂ ਹੈ। ਔਰ ਇਹਦੇ 'ਚ ਨਾ BJP ਦਾ ਕੁਛ ਲੈਣਾ ਦੇਣਾ, ਤੇ ਨਾ BJP ਨੂੰ ਇਸ ਕੇਸ ਦਾ ਜ਼ਿਆਦਾ ਪਤਾ ਹੈਗਾ। ਇਹ ਤਾਂ ਉਸ ਏਜੰਸੀ ਨੇ ਦੇਖਣਾ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ, ਤੇ ਇਹਦੇ 'ਚ ਮੈਂ ਸਮਝਦਾ ਕਿ ਇਦਾਂ ਹੀ ਆਰੋਪ ਲਗਾ ਦੇਣੇ ਵੀ ਠੀਕ ਨਹੀਂ ਹੁੰਦੇ। ਪਰ ਜੇ ਕੋਈ ਹਿਸਾਬ ਮੰਗਿਆ ਸੈਂਟਰ ਦੀ ਤਰਫੋਂ, ਅਸੀਂ ਕਹਿ ਦਈਏ ਵੀ ਉਹ ਫੈਡਰਲ ਢਾਂਚੇ ਨੂੰ ਹੀ ਖਤਰਾ ਹੋ ਗਿਆ, ਉਹ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਇਹ ਤਾਂ ਜਵਾਬ ਦੇਵੇ ਪੰਜਾਬ ਸਰਕਾਰ, ਔਰ ਉਹਨੂੰ ਠੀਕ। ਜੇ ਹੁਣ ਉਸ ਵੇਲੇ ਵੀ ਅੱਜ 5 ਸਾਲ ਤੋਂ ਜਵਾਬ ਨਹੀਂ ਮਿਲਿਆ ਹੈ, ਜਦੋਂ ਅਰੁਣ ਜੇਟਲੀ ਜੀ ਨੇ ਲੈਟਰ ਲਿਖਿਆ ਸੀ, ਉਸ ਤੋਂ ਬਾਅਦ ਕੋਈ ਵੀ ਸਰਕਾਰ ਰਹੀ ਹੋਵੇ, ਮੈਂ ਅਕਾਲੀ ਭਾਜਪਾ ਸਰਕਾਰ ਦੀ ਗੱਲ ਨਹੀਂ ਕਰਦਾ, ਮੈਂ ਕਾਂਗਰਸ ਸਰਕਾਰ ਦੀ ਗੱਲ ਨਹੀਂ ਕਰਦਾ, ਉਦੋਂ ਤੋਂ ਲੈ ਕੇ ਹੁਣ ਤੱਕ ਵੀ ਕੋਈ ਹਿਸਾਬ ਕਿਤਾਬ ਤੇ ਕੋਈ ਜਵਾਬ ਇਸ ਚੀਜ਼ ਦਾ ਗਿਆ ਨਹੀਂ। ਸੰਘੇੜਾ ਸਾਹਿਬ ਮੈਨੂੰ ਦੱਸ ਦੇਣ ਵੀ ਇਹਦਾ ਜਵਾਬ ਜਾਣਾ ਚਾਹੀਦਾ ਸੀ ਜਾਂ ਨਹੀਂ ਜਾਣਾ ਚਾਹੀਦਾ ਸੀ, ਤੇ ਇਹਦੀ ਗੱਲ ਜਿਹੜਾ ਸਮਾਂ ਚੁਣਿਆ ਗਿਆ, ਜਿਹੜਾ ਹੁਣ ਵੇਲੇ ਇਸ ਵੇਲੇ ਸਮਾਂ ਚੁਣਿਆ ਗਿਆ, ਜਦੋਂ ਪੰਜਾਬ ਅੰਦੋਲਨ ਤੇ ਆਪਾਂ ਜਾਣਦੇ ਹਾਂ ਕਿ ਮਾਲ ਗੱਡੀਆਂ ਜਿਹੜੀ ਉਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਹੁਣ 1750 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਰੋਕ ਲਿਆ ਗਿਆ। ਕਿਸਾਨ ਸੜਕਾਂ ਦੇ, ਉਹ ਗੱਲ ਹੈ ਕਿ ਜੋ ਮਾਹੌਲ ਹੈ। ਜੀ ਸਿੱਧੂ ਸਾਹਿਬ ਮੈਂ ਇੱਕ ਲਾਈਨ ਦਾ ਬੋਲਣਾ ਚਾਹੁੰਦਾ ਆ ਕਿ ਕੱਲਾ ਸਮਾਂ ਹੀ ਨਹੀਂ, ਸਮਾਂ ਤਾਂ ਹੈ ਹੀ ਹੈ, ਸਾਹਮਣੇ ਦਿਸਦਾ ਆ। ਮੈਂ ਤਾਂ ਇਹ ਵੀ ਕਹਿਣਾ ਕਿ ਜੇ ਪਹਿਲਾਂ ਘਪਲਾ ਵੀ ਹੋਇਆ, ਟ੍ਰਾਂਸਪੇਰੈਂਟਲੀ ਘਪਲਾ ਵੀ ਹੋਇਆ, ਬੰਦੇ ਫੜ ਕੇ ਅੰਦਰ ਵੀ ਕਰਨੇ ਆ, ਤਾਂ ਵੀ ਤੁਸੀਂ ਇਹ 1700 ਕਰੋੜ ਨੂੰ ਇੱਕ ਦਿਨ ਵੀ ਡਿਲੇ ਕਰਨਾ ਇਲੀਗਲ ਹੈ। ਬਾਕੀਆਂ ਦੇ ਤੁਸੀਂ ਇਨਕੁਆਇਰੀਆਂ ਕਰੋ, ਉਹਨਾਂ ਨੂੰ ਸਜ਼ਾਵਾਂ ਦੇਵੋ। ਚਿੱਠੀ ਦਾ ਜਵਾਬ ਨਹੀਂ ਦਿੱਤਾ, ਇਹਦਾ ਮਤਲਬ ਇਹ ਨਹੀਂ ਹੈ ਕਿ ਅਗਲੇ ਪੈਸੇ ਜਿਹੜੇ ਆ ਤੁਸੀਂ ਰੋਕ ਲਓ। ਦਿਸ ਇਜ਼ ਇਲੀਗਲ। ਨਾਲੇ
ਤੁਸੀਂ ਰਾਣਿੰਦਰ ਸਿੰਘ ਹੁਣਾਂ ਵਿਰੁੱਧ ਜਿਹੜਾ ਕੇਸ ਹੈ ਉਹਨੂੰ ਵੀ ਟਾਈਮ ਬਾਉਂਡ ਕਰੋ, ਜੇ ਉਹ ਸਾਬਤ ਹੁੰਦਾ ਹੈ ਅੰਦਰ ਕਰੋ। ਇਹ ਥੋੜੀ ਆ ਫਰੀਜ਼ਰ 'ਚ ਮੁਰਗਾ ਰੱਖ ਲਿਆ, ਜਦੋਂ ਮਰਜ਼ੀ ਗਰਮ ਕਰ ਲਓ, ਉਹਨੂੰ ਮਾਈਕ੍ਰੋਵੇਵ ਜਵਾ ਕੇ ਗਰਮ ਕਰ ਲਓ। ਓਏ ਤੁਸੀਂ ਇਹਨਾਂ ਇਨਕੁਆਇਰੀਆਂ ਨੂੰ ਨਿਬੇੜੋ। ਮੈਂ ਤਾਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਵਿਰੁੱਧ ਤੁਸੀਂ ਕੇਸ ਵਾਪਸ ਲੈ ਲਏ, ਕਰਪਸ਼ਨ ਦੇ ਕੇਸ, ਜਦੋਂ ਤੁਹਾਡੀ ਸਰਕਾਰ ਖਤਮ ਹੋਣ ਵਾਲੀ ਆ, ਤੁਸੀਂ ਉਹਨਾਂ ਕੇਸਾਂ ਨੂੰ ਵੀ ਦੁਬਾਰਾ ਖੋਲੋ, ਉਹਨਾਂ ਨੂੰ ਵੀ ਕੇਸਾਂ ਨੂੰ ਚਲਾਓ। ਕਲੀਅਰ ਕੱਟ ਸਬੂਤ ਸੀਗੇ ਉਹਨਾਂ ਵਿੱਚ ਕਰਪਸ਼ਨ ਦੇ, ਦੋ ਕੇਸ ਸੀਗੇ ਚੱਲਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵਿਰੁੱਧ, ਚਲਾਓ ਜਿੰਨੀਆਂ ਮਰਜ਼ੀ ਇਨਕੁਆਇਰੀਆਂ ਕਰੋ। ਓਕੇ, ਆਪਾਂ ਜਵਾਬ ਲੈ ਲਈਏ ਸਿੰਘਲਾ ਜੀ, ਜਵਾਬ ਲੈ ਲਈਏ। ਸਾਰੇ ਗਰੀਬਾਂ ਦਾ ਪੈਸਾ ਨਾ ਰੋਕੋ, ਪਿੰਡਾਂ ਵਾਲੇ ਦਾ ਪੈਸਾ ਨਾ ਰੋਕੋ। ਤੁਸੀਂ ਇਲੀਗਲ, ਤੁਹਾਡੇ ਗਲ ਪੈ ਜਾਣਗੇ ਲੋਕ, ਅੱਕੇ ਹੋਏ ਲੋਕ ਤੁਹਾਡੇ ਗਲ ਪੈ ਜਾਣਗੇ। ਜਗਤਾਰ ਜੀ, ਬਹੁਤ ਕਲੀਅਰ ਗੱਲ ਆ ਗਈ, ਬਹੁਤ ਕਲੀਅਰ ਗੱਲ ਆ ਗਈ। ਮੋਦੀ ਸਾਹਿਬ ਨੂੰ ਦੱਸ ਦਿਓ ਹੋਸ਼ਾਪਣਾ ਹੈ। ਗਰੇਵਾਲ ਸਾਹਿਬ ਉਹ ਕਹਿੰਦੇ ਕਿ ਕੇਂਦਰ ਦਾ ਹੋਸ਼ਾਪਣਾ ਹੈ, ਪੰਜਾਬ ਦੇ ਹੱਕ ਇਸ ਤਰ੍ਹਾਂ ਮਾਰਨੇ। ਜੇ ਸਰਕਾਰ ਹਿਸਾਬ ਮੰਗ ਲੇ ਤਾਂ ਉਹ ਹੋਛਾਪਣ, ਜੇ ਗਲਤ ਜਗ੍ਹਾ ਤੇ ਉਹ ਵੀ ਤੁਸੀਂ ਐਜੀਟੇਸ਼ਨ ਕਰੋ ਨਾ, ਵੀ ਕੈਪਟਨ ਅਮਰਿੰਦਰ ਸਿੰਘ ਦੇ ਕੇਸ ਖੋਲੋ, ਤੁਸੀਂ ਕਰੋ ਐਜੀਟੇਸ਼ਨ, ਬਾਕੀ ਤਾਂ ਤੁਸੀਂ ਬਹੁਤ ਕਰਦੇ ਹੋ। ਤੁਹਾਨੂੰ ਕਿਸੇ ਨੇ ਰੋਕਿਆ? ਗਰੇਵਾਲ ਸਾਹਿਬ ਤੁਹਾਨੂੰ ਕਿਸੇ ਨੇ ਰੋਕਿਆ? ਕਰੋ ਕੇਸ। ਦਾ ਕੰਮ ਕਰਦੀ ਹੈ। ਅਸੀਂ ਕਿਉਂ ਕੇਸ ਖੋਲੋ? ਬੀਜੇਪੀ ਇਹ ਕੰਮ ਨਹੀਂ ਕਰਦੀ, ਨਾ ਕਿਸੇ ਤੇ ਕੇਸ ਕਰਦੀ ਹੈ ਬੀਜੇਪੀ, ਨਾ ਕਿਸੇ ਤੇ ਕੇਸ ਕਰਦੀ ਹੈ ਔਰ ਨਾ ਹੀ ਕਿਸੇ ਨੂੰ ਨਜਾਇਜ਼ ਫਸਾਉਂਦੀ ਹੈ। ਸਾਡਾ ਇਹ ਕੰਮ ਨਹੀਂ ਹੈ। ਸਾਡਾ ਕੰਮ ਗਰੇਵਾਲ ਸਾਹਿਬ ਮੇਰੇ ਸਵਾਲਾਂ ਦਾ ਆਪਾਂ ਵੈਸਾ ਦੋ ਜੀ, ਵੈਸਾ ਤੁਸੀਂ ਕਮੈਂਟ ਸੁਣ ਲਏ। ਸਿੱਧੂ ਸਾਹਿਬ, ਗਰੇਵਾਲ ਸਾਹਿਬ ਨੂੰ ਮੈਂ ਸਵਾਲ ਕੀਤੇ ਸੀ, ਇਹਨਾਂ ਤੋਂ ਜਵਾਬ ਤਾਂ ਲੈ ਲਓ ਜਿਹੜੇ ਇਹਨਾਂ ਨਾਲ ਮੈਂ ਸਵਾਲ ਕੀਤੇ ਸੀ। ਗਰੇਵਾਲ ਸਾਹਿਬ ਨੂੰ ਕੋਈ ਮੇਰੇ ਸਵਾਲਾਂ ਦਾ ਜਵਾਬ ਦੇਣ। ਹਾਂ ਦੱਸੋ ਜੀ ਸਿੱਧੂ ਸਾਹਿਬ, ਕਿਹੜੇ ਜਵਾਬ? ਹਾਂਜੀ ਜੀ, ਜਿਸ ਮੁੱਦੇ ਤੇ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਜਿਸ ਤਰ੍ਹਾਂ ਪੈਸਾ ਰੋਕਿਆ ਗਿਆ ਹੈ, ਪੰਜਾਬ ਦੇ ਜਿਹੜੇ ਹਾਲਾਤ ਵਿਗਾੜੇ ਗਏ ਆ, ਪਹਿਲਾਂ ਮਾਲ ਗੱਡੀਆਂ ਦੀ ਗੱਲ ਕੀਤੀ ਹੈ, ਤੁਸੀਂ ਈਡੀ ਦੀ ਗੱਲ ਕੀਤੀ ਹੈ, ਇਹਨਾਂ ਸਾਰੇ ਮੁੱਦਿਆਂ ਤੇ ਕਹਿੰਦੇ ਕਿ ਭਾਜਪਾ ਦੀ ਇੱਕ ਪਹੁੰਚ ਹੈ, ਅਪਰੋਚ ਹੈ। ਜਿਹੜਾ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇੱਕ ਕਿਤਾਬ ਤਾਂ ਪੜ੍ਹੋ, ਚਲੋ ਤਾਂ ਲੰਬੀਆਂ ਚੌੜੀਆਂ ਗੱਲਾਂ ਹੈਗੀਆਂ। ਪੰਜਾਬ ਨਾਲ ਜੁੜੇ ਮੁੱਦਿਆਂ ਤੇ ਉਹਨਾਂ ਨੇ ਕਿਹਾ ਕਿ ਜੋ ਬੀਜੇਪੀ ਇਸ ਤਰੀਕੇ ਨਾਲ ਚੱਲ ਰਹੀ ਹੈ, ਅਗਲੇ ਸਾਲਾਂ 'ਚ ਇਹਦੇ ਖਤਰਨਾਕ ਨਤੀਜੇ ਸਾਹਮਣੇ ਆਉਣਗੇ। ਦੇਖੋ, ਇਸ ਤਰ੍ਹਾਂ ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ, ਜਿਹੜਾ ਇਹ ਕਹਿੰਦੇ ਆ, ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਵਰਕਰਾਂ ਦੇ ਘਰਾਂ ਦੇ ਬਾਹਰ ਧਰਨੇ ਕਿਹਨੇ ਲਗਵਾਏ ਆ, ਉਹਨਾਂ ਦੇ ਖਿਲਾਫ ਪੁਲਿਸ ਦੀ ਕੋਈ ਕਾਰਵਾਈ ਕੌਣ ਨਹੀਂ ਕਰਦਾ। ਮੇਰੇ ਸਵਾਲਾਂ ਦਾ ਜਵਾਬ ਦਿਓ ਗਰੇਵਾਲ ਸਾਹਿਬ, ਜਿਹੜੇ ਮੈਂ ਤੁਹਾਨੂੰ ਸਵਾਲ ਕੀਤੇ ਆ ਗਰੇਵਾਲ ਸਾਹਿਬ, ਉਹਨਾਂ ਦਾ ਜਵਾਬ ਦਿਓ। ਇਹ ਸਾਰਾ ਕੁਝ ਬੀਜੇਪੀ ਦਾ ਕਰਿਆ ਕਰਾਇਆ। ਅਸੀਂ ਸ਼ਾਂਤਮਈ ਢੰਗ ਨਾਲ ਕੰਮ ਕਰ ਰਹੇ ਹਾਂ। ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕਿ ਕਿਸੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਤੁਹਾਡੇ ਬੀਜੇਪੀ ਦੇ ਜਿਹੜੇ ਲੀਡਰ ਸਾਹਿਬਾਨ ਹੈ, ਮੇਰੀ ਉਹਨਾਂ ਨਾਲ ਲਗਾਤਾਰ ਗੱਲਬਾਤ ਹੁੰਦੀ ਹੈ। ਅਸੀਂ ਬਿਲਕੁਲ ਤੁਹਾਨੂੰ ਡਿਫੈਂਡ ਕਰਦੇ ਹਾਂ। ਜਿੱਥੋਂ ਤੱਕ ਲੋਕਾਂ ਦਾ ਸਬੰਧ ਹੈ ਕਿ ਕਿਸੇ ਬੀਜੇਪੀ ਦੇ ਲੀਡਰ ਦੇ ਉੱਤੇ ਕੋਈ ਗਾਲੀ ਗਲੋਚ ਨਹੀਂ ਹੋਣੀ ਚਾਹੀਦੀ, ਕਿਸੇ ਤਰ੍ਹਾਂ ਦਾ ਕੋਈ ਅਟੈਕ ਨਹੀਂ ਹੋਣਾ ਚਾਹੀਦਾ। ਗਰੇਵਾਲ ਸਾਹਿਬ, ਪਰ ਮੇਰੇ ਸਵਾਲਾਂ ਦਾ ਜਵਾਬ ਤਾਂ ਤੁਸੀਂ ਦਿੰਦੇ ਨਹੀਂ। ਇਹ ਸਾਰਾ ਜਿਹੜਾ ਕੁਝ ਅੱਜ ਹੋ ਰਿਹਾ ਹੈ, ਆ ਮੈਨੂੰ ਐਕਟ ਬਾਰੇ ਤਾਂ ਦੱਸੋ। ਮੈਂ ਤੁਹਾਨੂੰ ਕਿਹਾ ਸੀ ਬਿਹਾਰ, ਆਪਣਾ ਯੂਪੀ, ਉਹਦੇ ਵਿੱਚ 1200 ਤੋਂ 1400 ਨੂੰ ਕਣਕ ਵਿਕਦੀ ਹੈ, ਝੋਨਾ ਵਿਕਦਾ ਹੈ, MP 'ਚ ਵਿਕਦਾ ਹੈ, ਮਹਾਰਾਸ਼ਟਰ 'ਚ ਵਿਕਦਾ ਹੈ, ਤਾਮਿਲਨਾਡੂ 'ਚ ਵਿਕਦਾ ਹੈ। ਇਹ ਦੱਸੋ ਨਾ, ਉੱਥੇ ਕਿਉਂ ਨਹੀਂ 1800 2000 ਨੂੰ ਵਿਕਦਾ? ਓਕੇ ਜੀ, ਗਰੇਵਾਲ ਸਾਹਿਬ ਇਹ ਕਹਿੰਦੇ ਵੀ ਜਿਹੜੇ ਨਵੇਂ ਖੇਤੀ ਕਾਨੂੰਨ ਆਏ ਆ, ਨਵੇਂ ਖੇਤੀ ਕਾਨੂੰਨ ਕਿਵੇਂ ਫਾਇਦੇਮੰਦ ਹੈ? ਜਿਹੜੀ ਗੱਲ ਕਹਿ ਰਹੇ ਵੈਸਾ, ਇਹ ਮੁੱਦਾ ਤੇ ਇਹ ਹੈ, ਸਟੇਟਾਂ 'ਚ ਵਿਆਹ ਤੇ ਦੂਜੇ ਰਾਜਾਂ 'ਚ 1500 ਕੱਲ ਰਿਲੀਜ਼ ਹੋ ਜਾਊਗਾ। ਠੀਕ ਹੈ, ਟ੍ਰੇਨਾਂ ਅੱਜ ਇਹਨਾਂ ਨੇ ਰੋਕੀਆਂ ਨੇ, ਕੋਈ ਨਹੀਂ ਚੱਲਣਗੀਆਂ ਟ੍ਰੇਨਾਂ। ਇਹਨਾਂ ਨੇ, ਬੀਜੇਪੀ ਨੇ ਪੰਜਾਬ ਦੀ ਬਾਹ ਮਰੋੜ ਰਹੇ ਆ ਕਿਸਾਨਾਂ ਦਾ ਅੰਦੋਲਨ ਖਤਮ ਕਰਨ ਵਾਸਤੇ। ਇਹਦਾ ਜਵਾਬ ਗਰੇਵਾਲ ਸਾਹਿਬ, ਵਾਕਈ ਲੱਗਦਾ ਹੈ ਕਿ ਬਾਹ ਮਰੋੜ ਰਹੇ ਹੋ ਤੁਸੀਂ ਕਿਸਾਨੀ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਲਈ। ਉਹ ਜਗਤਾਰ, ਮੈਨੂੰ ਗੱਲ ਤਾਂ ਕਹਿ ਲੈਣ ਦਿਓ ਹੁਣ। ਇਸ ਤਰ੍ਹਾਂ ਕਿ ਜਿਹੜਾ ਇਹ ਕਹਿੰਦੇ ਆ ਕਿ ਉੱਥੇ ਰੇਟ ਘੱਟ ਮਿਲਦਾ, ਪੰਜਾਬ 'ਚ ਜ਼ਿਆਦਾ ਮਿਲਦਾ, ਉਹ ਬਿਲਕੁਲ ਸਹੀ ਹੈ। ਉਹ ਮੈਂ ਉਸ ਨੂੰ ਕੰਟਰਡਿਕਟ ਨਹੀਂ ਕਰਦਾ। ਉਹ ਪੰਜਾਬ 'ਚ ਇਸ ਕਰਕੇ ਮਿਲਦਾ ਕਿ ਪੰਜਾਬ ਤੇ ਹਰਿਆਣਾ, ਦੋ ਰਾਜਾਂ 'ਚ MSP ਦੀ ਖਰੀਦ ਹੈਗੀ ਹੈ, ਇਸ ਕਰਕੇ ਰੇਟ ਜ਼ਿਆਦਾ ਮਿਲਦਾ। ਔਰ ਉਹ ਪ੍ਰਧਾਨ ਮੰਤਰੀ ਜੀ ਨੇ ਵੀ ਕਹਿਤਾ, ਸਾਡੀ ਸਰਕਾਰ ਨੇ ਵੀ ਕਹਿਤਾ ਕਿ MSP ਦੀ ਖਰੀਦ ਜਾਰੀ ਰਹੂਗੀ, ਪੰਜਾਬ ਤੇ ਹਰਿਆਣਾ 'ਚ ਬਿਲਕੁਲ ਬੰਦ ਨਹੀਂ ਹੋਣੀ, ਔਰ ਦੋਨਾਂ ਫਸਲਾਂ ਤੇ ਆਉਂਦੀ ਹੈ, ਦੋਨਾਂ ਫਸਲਾਂ ਤੇ ਜਾਰੀ ਰਹੂਗੀ। ਉਹ ਇਸ ਤੋਂ ਜ਼ਿਆਦਾ ਹੋਰ ਸਰਕਾਰ ਕੀ ਅਸ਼ੋਰੈਂਸ ਦੇ ਦੇ? ਨਹੀਂ, ਗਲਤ ਕਹਿ ਰਹੇ ਹੋ। ਪ੍ਰਾਈਮ ਮਿਨਿਸਟਰ ਨੇ, ਗਰੇਵਾਲ ਸਾਹਿਬ, ਪ੍ਰਾਈਮ ਮਿਨਿਸਟਰ ਨੇ ਕੋਈ ਇਹੋ ਜਿਹੀ ਅਸ਼ੋਰੈਂਸ ਨਹੀਂ ਦਿੱਤੀ। ਕੋਈ ਪ੍ਰਾਈਮ ਮਿਨਿਸਟਰ ਨੇ ਇਹੋ ਜਿਹੀ ਅਸ਼ੋਰੈਂਸ ਨਹੀਂ ਦਿੱਤੀ। ਪਲੀਜ਼ ਜਗਤਾਰ ਜੀ, ਤੁਸੀਂ ਦੱਸ ਦਿਓ, ਪ੍ਰਧਾਨ ਮੰਤਰੀ ਜੀ ਨੇ ਕਿਹਾ MSP ਦੀ ਖਰੀਦ ਜਾਰੀ ਰਹੇਗੀ ਜਾਂ ਨਹੀਂ ਕਿਹਾ? ਇਹ ਦੱਸ ਦਿਓ। ਗਰੇਵਾਲ ਸਾਹਿਬ, ਇਸ ਮਾਮਲੇ ਤੇ ਬਹੁਤ ਵੱਡਾ ਸਵਾਲ, ਗਰੇਵਾਲ ਸਾਹਿਬ ਇਸ ਮਾਮਲੇ ਤੇ ਬਹੁਤ ਵੱਡਾ ਸਵਾਲ ਕਿਸਾਨਾਂ ਵੱਲੋਂ, ਪੋਲੀਟੀਕਲ ਪਾਰਟੀ ਵੱਲੋਂ ਇਹ ਉੱਠ ਰਿਹਾ ਹੈ
ਕਿ ਜਿਹੜੇ ਨਵੇਂ ਖੇਤੀ ਕਾਨੂੰਨ ਬਣेंगे ਹੈ ਉਸ ਸੰਦਰਭ ਦੇ ਵਿੱਚ ਇਹ ਖਦਸ਼ੇ ਖੜੇ ਹੋਏ ਆ। ਗਰੇਵਾਲ ਸਾਹਿਬ, ਆਪਾਂ ਅੱਜ ਤੋਂ ਜਿਹੜੀ 15 ਸਾਲ ਜਾਂ 10 ਸਾਲ ਪਹਿਲਾਂ ਦੀ ਸਥਿਤੀ ਨਾਲ ਜੋੜ ਕੇ ਨਾ ਦੇਖੋ, ਸਿੱਧੂ ਸਾਹਿਬ, ਨਾ ਉਦੋਂ ਪਹਿਲਾਂ ਇੱਕ ਲਾਈਨ ਪਾ ਨਾ ਦੇ, ਸਥਿਤੀ ਸੀ, amend ਕਰਕੇ। ਨਵੇਂ ਖੇਤੀ ਕਾਨੂੰਨ ਬਣੇ ਆ ਉਹਦੇ ਨਾਲ ਇਹ ਖਦਸ਼ੇ ਖੜੇ ਹੋਏ ਆ। ਗਰੇਵਾਲ ਜੀ, ਮੈਂ ਕਹਿ ਰਿਹਾ ਇਹਨਾਂ ਦਾ ਸਿੱਧੂ ਕਹਿਣਾ ਸਾਹਿਬ ਕਿ ਜਿਹੜੇ ਨਵੇਂ ਖੇਤੀ ਸਿੱਧੂ ਕਾਨੂੰਨ ਸਾਹਿਬ, ਜੀ, ਇੱਕ ਮਿੰਟ ਗਰੇਵਾਲ ਸਾਹਿਬ, ਉਹਦੇ ਵਿੱਚ ਜੇ ਪ੍ਰਾਈਮ ਮਿਨਿਸਟਰ ਸਾਹਿਬ ਕਹਿੰਦੇ ਆ, ਚਲੋ ਮੈਂ ਮੰਨ ਲੈਣਾ, ਉਹਨਾਂ ਨੂੰ ਕਹੋ ਐਕਟ ਦੇ ਵਿੱਚ ਪਾ ਦਿਓ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਇਹ ਜਿਹੜੀ MSP ਦੇ ਉੱਤੇ ਹੀ ਖਰੀਦ ਕੀਤੀ ਜਾਊਗੀ ਤੇ ਸੈਂਟਰ ਸਰਕਾਰ ਖਰੀਦੂਗੀ। ਪਾ ਦਿਓ ਲਾਈਨ, ਸਾਨੂੰ ਤਾਂ ਕੋਈ ਦਿੱਕਤ ਹੁਣ ਨਹੀਂ। ਜਗਤਾਰ ਅਸੀਂ ਤਾਂ ਜੀ, ਤੁਹਾਡੇ ਮੂੰਹ 'ਚ ਵੀ ਹਾਲੇ ਇੱਕ ਲੱਡੂ ਨਹੀਂ 50 ਲੱਡੂ ਪਾਵਾਂਗੇ। ਪਾਓ ਤਾਂ ਸਹੀ ਤੁਸੀਂ। ਮੇਰੀ ਗੱਲ ਸੁਣੋ ਬੈਦ ਸਾਹਿਬ, ਮੇਰੀ ਗੱਲ ਚਲੋ। ਸੁਣੋ। ਇਹ 55 ਸਾਲ ਇਹਨਾਂ ਨੇ ਰਾਜ ਕੀਤਾ, ਇਹਨਾਂ ਨੇ ਉਹ ਲਾਈਨ ਪਾਈ ਸੀ, ਇਹ ਵੀ ਪਾ ਸਕਦੇ ਸੀ। ਅਸੀਂ ਖਰੀਦਣ ਦਾ ਬੰਦ ਹੀ ਨਹੀਂ ਕੀਤਾ, ਅਸੀਂ ਐਕਟ ਹੀ ਨਹੀਂ ਬਣਾਇਆ। ਅਸੀਂ ਐਕਟ ਹੀ ਨਹੀਂ ਬਣਾਇਆ ਗਰੇਵਾਲ ਸਾਹਿਬ। ਗਰੇਵਾਲ ਸਾਹਿਬ, ਅਸੀਂ ਐਕਟ ਨਹੀਂ ਬਣਾਇਆ। ਅਸੀਂ ਤਾਂ ਉਹਨਾਂ ਨੂੰ ਆਪਸ਼ਨ ਦਿੱਤਾ, BJP ਨੇ ਬਣਾਇਆ ਹੈ। ਸਾਡੇ ਇਹਨਾਂ ਕਾਨੂੰਨਾਂ ਨੇ ਕਿਸਾਨਾਂ ਨੂੰ ਆਪਸ਼ਨ ਦਿੱਤਾ ਕਿ ਉਹ ਚਾਹਣ ਤੁਸੀਂ ਤਾਂ ਪ੍ਰਾਈਮ ਮਿਨਿਸਟਰ ਦੀ ਗੱਲ ਕਰ ਰਹੇ ਸੀ, ਉਸ ਮੁੱਦੇ ਤੇ ਆਓ। ਗਰੇਵਾਲ ਸਾਹਿਬ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਉਸ ਐਕਟ ਦੇ ਵਿੱਚ ਅਮੈਂਡ ਕਰਾ ਦਿਓ, ਅਮੈਂਡਮੈਂਟ ਕਰਾ ਦਿਓ, ਇਹ ਲਿਖਾ ਦਿਓ ਸ਼ੋਰਟ ਜੀ, ਪਰਚੇਜ। ਗਰੇਵਾਲ ਸਾਹਿਬ ਦਿਓ ਜੋ। ਅਸੀਂ ਗਰੇਵਾਲ ਤਾਂ ਸਾਹਿਬ ਬੈਸ ਸਾਹਿਬ ਕਹਿ ਰਹੇ ਕਿ ਸਿੰਪਲ ਗੱਲ ਹੈ ਕਿ ਅਮੈਂਡਮੈਂਟ ਕਰਾ ਦਿਓ। ਜੀ ਬੈਦ ਜੀ ਸਾਹਿਬ ਨੂੰ ਮੈਂ ਘੱਟੋ ਘੱਟ ਖਰੀਦ ਦੀ ਗਾਰੰਟੀ ਦੇ ਦਿਓ, ਇੰਨੀ ਗੱਲ ਹੈ ਨਾ। ਗਰੇਵਾਲ ਸਾਹਿਬ ਕਹਿੰਦੇ ਆ, ਸਿੱਧੂ ਸਾਹਿਬ, ਗਰੇਵਾਲ ਸਾਹਿਬ ਕਹਿੰਦੇ ਆ ਕਿ ਅਸੀਂ ਕਿਸਾਨਾਂ ਨੂੰ ਆਪਸ਼ਨ ਦਿੱਤੀ ਹੈ। ਗਰੇਵਾਲ ਸਾਹਿਬ, ਕਿਸਾਨਾਂ ਕੋਲ ਪਹਿਲਾਂ ਹੀ ਆਪਸ਼ਨ ਹੈਗੀ ਆ। ਇਹ ਕਿਸਾਨਾਂ ਕੋਲ ਪਹਿਲਾਂ ਹੀ ਆਪਸ਼ਨ ਹੈ, ਚਾਹੇ ਪ੍ਰਾਈਵੇਟ ਵਪਾਰੀ ਨੂੰ ਵੇਚਣ, ਚਾਹੇ ਕਿਸੇ ਨੂੰ ਵੇਚਣ। ਤੁਸੀਂ ਨਾ ਜਾਂ ਤਾਂ ਆਪਸ਼ਨ ਜਿਹੜੀ ਹੈ ਐਟ ਪਾਰ ਦਿਓ, ਮਤਲਬ ਜੇ MNCs ਖਰੀਦਣ ਤਾਂ 164 ਰੁਪਏ ਘੱਟ ਉਹਨਾਂ ਦੇ ਲੱਗਣੇ ਆ, ਹਾਂਜੀ, ਜੇ ਕੋਈ ਹੋਰ ਖਰੀਦੇ ਤਾਂ ਜ਼ਿਆਦਾ ਲੱਗਣੇ ਆ। ਫਿਰ ਉਹਦੇ ਵਿੱਚ ਜਿਹੜੇ ਹੋਰ ਮੱਤਾਂ ਪਾਈਆਂ ਉਹਦੇ ਨਾਲ ਜੋ ਵੈਦ ਸਾਹਿਬ ਕਹਿੰਦੇ ਆ ਉਹ ਗੱਲ ਸਹੀ ਹੈ। ਜਿਹੜੀਆਂ MSP ਆ ਕਿਸੇ ਐਕਟ ਦੇ ਅਧੀਨ ਨਹੀਂ ਦਿੱਤੀ ਜਾ ਰਹੀ, ਇੰਸਟਰਕਸ਼ਨ ਦੇ ਅਨੁਸਾਰ ਹੀ ਆ, ਪਾਲਿਸੀ ਦੇ ਅਨੁਸਾਰ ਹੀ ਆ। ਜੇ ਤੁਸੀਂ ਕਿਸਾਨ ਵਿਰੋਧੀ ਐਕਟ ਬਣਾ ਦਿੱਤੇ ਆ ਤਾਂ ਇਹਨੂੰ ਵੀ ਐਕਟ ਵਿੱਚ ਪਾਉਣਾ ਜ਼ਰੂਰੀ ਹੈ। ਮਿਨੀਮਮ ਸਪੋਰਟ ਪ੍ਰਾਈਸ ਨੂੰ ਇਹ ਇੱਕ ਲੀਗਲ ਚੀਜ਼ ਹੈ। ਜੀ ਜੀ ਗੱਲ ਆ ਗਈ ਸਿੰਗੜਾ ਜੀ। ਗਰੇਵਾਲ ਸਾਹਿਬ ਉਹ ਕਹਿੰਦੇ ਵੀ ਜੀ ਐਕਟ ਦੇ ਵਿੱਚ ਆਪਾਂ ਗਾਰੰਟੀ ਦੇ ਦਿੰਦੇ ਆ, ਸਾਰਾ ਮੁਲਕ ਜਾਂ ਕਿਸਾਨ ਇਸ ਮੁੱਦੇ ਨੂੰ ਲੈ ਕੇ ਕਿਉਂ ਸੜਕਾਂ ਤੇ ਬੈਠੇ ਆ। ਜੇ ਕੇਂਦਰ ਨੂੰ ਕੋਈ ਨੁਕਸਾਨ ਨਹੀਂ, MSP ਜਾਰੀ ਰਹੇਗੀ ਤਾਂ ਕੀ ਸਮੱਸਿਆ ਹੈ? ਕੀ ਹੈ? ਬਹੁਤ ਵੱਡਾ ਸਵਾਲ ਆ। ਇਹ ਤਾਂ ਐਕਟ ਬਣਾਉਣ ਦੀ ਵੀ ਜ਼ਰੂਰਤ ਨਹੀਂ ਸੀ ਸਿੱਧੂ ਸਾਹਿਬ, ਫਿਰ ਐਕਟ ਬਣਾਉਣ ਦੀ ਵੀ ਲੋੜ ਨਹੀਂ ਸੀ। ਆਪਣਾ ਸਿੱਧੂ ਸਾਹਿਬ, ਕਿਸਾਨ ਗੱਲ ਕਰਨ ਜਾ ਕੇ ਤਾਂ ਹੀ ਤਾਂ ਹੱਲ ਨਿਕਲਣਾ। ਜੇ ਗੱਲ ਹੀ ਨਹੀਂ ਗੱਲ ਕਰਨ ਗਏ ਸੀ ਗਰੇਵਾਲ ਸਾਹਿਬ, ਤੁਸੀਂ ਤੇ ਰੰਗ ਮੋੜ ਦਿੱਤੇ। ਜੀ ਜੀ ਉਹ ਗੱਲ ਕਹੇ ਸੀ। ਮੈਂ ਵੈਸਾ ਤੁਹਾਡੇ ਵੱਲ ਆਉਣਾ ਹੈ, ਬੈ ਜੀ ਤੁਹਾਡੇ ਵੱਲ ਆਉਣਾ ਹੈ। ਗਰੇਵਾਲ ਸਾਹਿਬ ਮੈਂ ਬੜੀ ਨਿਮਰਤਾ ਨਾਲ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ, ਪੂਰੇ ਪੰਜਾਬ ਦੀ ਗੱਲ ਹੈ। ਕਾਂਗਰਸ ਬਾਰੇ, ਆਪ ਬਾਰੇ, ਕਿਸੇ ਹੋਰ ਬਾਰੇ ਮਤਭੇਦ ਹੋ ਸਕਦੇ ਹੈ। ਪੂਰਾ ਪੰਜਾਬ ਚਾਹੁੰਦਾ ਹੈ ਕਿ ਇਸ ਮਸਲੇ ਤੇ ਪੰਜਾਬ ਇਸ ਵੇਲੇ ਬਹੁਤ ਵੱਡੇ ਸੰਕਟ ਜੋ ਗੁਜ਼ਰ ਰਿਹਾ ਹੈ। ਕਈ ਕਿਸਮ ਦੇ ਖਦਸ਼ੇ, ਡਰ, ਚਿੰਤਾਵਾਂ ਜਿਹੜੀਆਂ ਪ੍ਰਗਟ ਕੀਤੀਆਂ ਜਾ ਰਹੀਆਂ ਮੀਡੀਆ ਦੇ ਅੰਦਰ, ਦਾਨਸ਼ਵੰਦਾਂ ਦੇ ਅੰਦਰ। ਅਗਰ ਗੱਲਬਾਤ ਦੀ ਗੱਲ ਕਰਦੇ ਆ ਤਾਂ ਕਿਹੜਾ ਇਮਤਿਹਾਨ ਲੈਣਾ ਗਰੇਵਾਲ ਸਾਹਿਬ? ਗੱਲਬਾਤ ਕਿਹਨੇ ਕਰਾਉਣੀ ਹੈ? ਕੇਂਦਰ ਨੇ ਕਰਨੀ ਹੈ ਨਾ। ਤੁਸੀਂ ਕੇਂਦਰ ਨੇ ਗੱਲਬਾਤ ਹੈ ਤਾਂ ਕਿਸਾਨ ਬੈਠਣਗੇ। ਸਰ ਜੇ ਬਿਆਨ ਇਹ ਆਏਗਾ, ਸਰ ਮਾਫ ਕਰਨਾ, ਜੇ ਤਰਨ ਚੁੱਕ ਬਿਆਨ ਇਹ ਦੇਣਗੇ ਕਿ ਜਿਹੜੇ ਇਸ ਵੇਲੇ ਕਿਸਾਨੀ ਅੰਦੋਲਨ ਕਰ ਰਹੇ ਹੈ ਉਹ ਸ਼ਹਿਰੀ ਨਕਸਲਵਾਦ ਹੈ। ਮੈਂ ਤਾਂ ਗਰੇਵਾਲ ਜੀ ਆਪਣੀਆਂ ਮਾਵਾਂ ਨੂੰ, ਆਪਣੀਆਂ ਭੈਣਾਂ ਨੂੰ, ਧੀਆਂ ਨੂੰ ਰੋਜ਼ ਦੇਖਦਾ ਸੜਕਾਂ ਤੇ ਬੈਠਦੇ ਆ। ਉਹ ਤਾਂ ਕੋਈ ਨਕਸਲਵਾਦ ਪੁੱਛ ਕੇ ਦੇਖ ਲਓ। ਮੈਂ ਕਹਿੰਦਾ ਗਰੇਵਾਲ ਸਾਹਿਬ, ਤੁਸੀਂ ਵੀ ਤੇ ਮੈਂ ਵੀ, ਮੈਂ ਆਪਣਾ ਜਰਨਲਿਜ਼ਮ ਪ੍ਰੋਫੈਸ਼ਨ ਛੱਡ ਦਿਆਂਗਾ ਜੇ ਪੰਜਾਬ ਦੀ ਕੋਈ ਵੀ ਮਾਂ ਜਾਂ ਭੈਣ ਨਕਸਲਵਾਦ ਜਿਹੜੀ ਸੜਕ ਤੇ ਧਰਨੇ ਤੇ ਬੈਠੀ ਉਹ ਦੱਸ ਵੀ ਦੇਵੇ ਕਿ ਨਕਸਲਵਾਦ ਕੀ ਹੁੰਦਾ ਹੈ, ਕਿਉਂ ਪੰਜਾਬ ਦੇ ਮੂੰਹ ਤੇ ਥੋਪਿਆ ਜਾ ਰਿਹਾ ਨਕਸਲਵਾਦ। ਕਦੇ ਆਪਾਂ ਅੱਤਵਾਦ ਕਹਿ ਕੇ ਪੰਜਾਬ ਨੂੰ ਫੁੰਡਿਆ, ਅੱਤਵਾਦ ਕਹਿ ਕੇ ਪੰਜਾਬ ਦੀ ਬਰਬਾਦੀ ਹੋਈ। ਬੜੀ ਮੁਸ਼ਕਿਲ ਨਾਲ ਉਸ ਦੌਰ ਚੋਂ ਨਿਕਲੇ ਹੋ ਗਰੇਵਾਲ ਸਾਹਿਬ। ਤੁਸੀਂ ਵੀ ਸ਼ੁਭ ਚਿੰਤੇ ਕਿਉਂ? ਕਿੱਥੇ ਆ ਪੰਜਾਬ ਦੇ ਵਿੱਚ ਨਕਸਲਵਾਦ ਅੱਜ ਜਿਹੜਾ ਹੈਗਾ? ਔਰ ਖਾਸ ਤੌਰ ਤੇ ਸੜਕਾਂ ਤੇ ਬੈਠੇ ਗੱਲਬਾਤ ਕਿੱਦਾਂ ਹੋਏਗੀ? ਗਰੇਵਾਲ ਸਾਹਿਬ ਤਰਨ ਚੁੱਗ ਦਾ ਜਿਹੜਾ ਬਿਆਨ ਹੈ, ਗਰੇਵਾਲ ਸਾਹਿਬ ਜਿਹੜਾ ਤਰਨ ਚੁੱਗ ਨੇ ਬਿਆਨ ਦਿੱਤਾ ਹੈ, ਮੈਨੂੰ ਹਾਂ ਜੇ ਨਾ ਉਹ ਤੁਸੀਂ ਠੀਕ ਸਮਝਦੇ ਹੋ? ਠੀਕ ਦਿੱਤਾ ਕਿ ਗਲਤ ਦਿੱਤਾ? ਦੇਖੋ ਗੱਲ ਇਹ ਹੈ ਕਿ ਇਹਦਾ ਉਹੀ ਦੱਸ ਸਕਦੇ ਆ ਕਿ ਉਹਨਾਂ ਨੇ ਕਿਉਂ ਦਿੱਤਾ ਉਹ ਬਿਆਨ। ਬਾਕੀ ਤੁਹਾਡਾ ਲੀਡਰ ਹੈ ਜੀ ਤਰਨ ਚੁੱਗ, ਕਮਾਲ ਕਰ ਰਹੇ ਹੋ। ਦੇਖੋ ਮਿਸਟਰ ਤਰਨ ਚੁੱਗ ਤੁਹਾਡਾ ਲੀਡਰ ਹੈ ਜੋ ਨੇ ਪੰਜਾਬੀਆਂ ਵਾਸਤੇ ਬੋਲਿਆ, ਜ਼ਹਿਰ ਉਗਲਿਆ ਉਹ ਜ਼ਹਿਰ ਉਗਲਿਆ ਗਰੇਵਾਲ ਸਾਹਿਬ। ਸਿੱਧੂ ਸਾਹਿਬ
ਮੈਂ ਦੋ ਕਿਸਾਨਾਂ ਨੂੰ ਸੈਂਟੈਂਸ ਹੈਗੇ ਮੇਰੇ ਕੋਲ ਬਸ। ਗਰੇਵਾਲ ਸਾਹਿਬ ਹਾਂਜੀ। ਗਰੇਵਾਲ ਸਾਹਿਬ ਨੂੰ 2 ਸੈਕਿੰਡ ਗਰੇਵਾਲ ਸਾਹਿਬ ਦੀ ਗੱਲ ਹੋ ਜਾਣ ਦਿਓ, ਗਰੇਵਾਲ ਸਾਹਿਬ ਦੀ। ਕਿ ਨਾ ਤਾਂ ਕੇਂਦਰੀ ਮੈਂ ਮੰਤਰੀ ਨਾ ਆਪਾਂ ਤਾਂ ਮੈਂ ਗਰੇਵਾਲ ਸਾਹਿਬ ਕਿਸਾਨਾਂ ਦੇ ਨੂੰ ਕਮੈਂਟਸ ਲੈ ਲਈਏ। ਸਿੰਗੜਾ ਜੀ ਮੈਂ ਤੁਹਾਡੇ ਵੱਲ ਆਉਣਾ, ਗਰੇਵਾਲ ਸਾਹਿਬ ਪਲੀਜ਼ ਆਪਣੀ ਗੱਲ ਮੁਕੰਮਲ ਕਰਿਓ। ਨਾ ਤਾਂ ਮੈਂ ਕਿਸਾਨਾਂ ਨੂੰ ਅੱਤਵਾਦੀ ਕਹਿਣਾ ਜੀ, ਤੇ ਨਾ ਨਕਸਲਾਈਟ ਕਹਿੰਦੇ ਆ। ਹਾਂ, ਉਹਦੇ ਚ 5-4 ਜਥੇਬੰਦੀਆਂ ਨੇ ਜਿਨ੍ਹਾਂ ਦੀ ਵਿਚਾਰਧਾਰਾ ਇਹ ਹੈਗੀ ਆ, ਉਹ ਤਾਂ ਮੈਂ ਹੁਣ ਵੀ ਕਹਿਣਾ, ਮੈਂ ਜਾਣਦਾ ਉਹਨਾਂ ਨੂੰ, ਮੈਨੂੰ ਪਤਾ, ਸੰਘੇੜਾ ਸਾਹਿਬ ਨੂੰ ਵੀ ਪਤਾ। ਪਰ ਜੇ ਕਿਸਾਨਾਂ ਨੂੰ ਕੋਈ ਸਾਡੀਆਂ ਗੱਲਾਂ ਨਾਲ ਦੁੱਖ ਲੱਗਿਆ ਹੋਵੇ ਤਾਂ, ਜਾਂ ਉਹਨਾਂ ਨੂੰ ਬੁਰਾ ਲੱਗਿਆ ਹੋਵੇ, ਮੈਂ ਉਹਨਾਂ ਕੋਲੋਂ ਖੁਦ ਮਾਫੀ ਮੰਗਦਾ। ਮੈਂ ਵੀ ਕਿਸਾਨਾਂ ਚੋਂ ਹੀ ਹਾਂ, ਕੋਈ ਬਾਹਰੋਂ ਨਹੀਂ ਹੈਗਾ। ਔਰ ਜਿਸ ਦਿਨ ਮੈਨੂੰ ਬੈਦ ਸਾਹਿਬ ਇਹ ਲੱਗੇਗਾ ਕਿ ਮੇਰੀ ਪਾਰਟੀ ਕਿਸਾਨਾਂ ਦੇ ਖਿਲਾਫ ਚੱਲ ਰਹੀ ਹੈ, ਤੇ ਮੈਂ ਉੱਥੇ 1 ਮਿੰਟ ਵੀ ਖੜਾ ਨਹੀਂ ਹੋਵਾਂਗਾ ਜਿੱਦਣ ਇਹ ਲੱਗੇਗਾ। ਅਜੇ ਤੱਕ ਮੈਨੂੰ ਕੁਝ ਨਹੀਂ ਲੱਗਿਆ ਕਿ ਕਿਸਾਨਾਂ ਦੇ ਖਿਲਾਫ ਜਾ ਰਹੇ ਆ। ਕਿਸਾਨਾਂ ਦੇ ਅਸੀਂ ਜੋ ਸੋਚ ਕੇ ਬਣਾਇਆ, ਕਿਸਾਨਾਂ ਦੇ ਹਿੱਤ 'ਚ ਬਣਾਇਆ। ਪਰ ਜੇ ਕਿਸਾਨਾਂ ਨੂੰ ਉਹ ਗਲਤ ਲੱਗਦਾ ਹੈਗਾ, ਬੈਠ ਕੇ ਗੱਲ ਹੋ ਜਾਏਗੀ। ਜੀ ਗਰੇਵਾਲ ਜੀ, ਤੁਸੀਂ ਗੱਲ ਆ ਗਈ। ਗਰੇਵਾਲ ਜੀ ਤੁਹਾਡੀ ਗੱਲ ਆ ਗਈ। ਮੈਂ ਸਿੰਗੜਾ ਜੀ ਤੋਂ ਵੀ ਕਮੈਂਟਸ ਲੈਣੇ ਆ, ਬਾਅਦ ਚ ਮੈਂ ਵੈਦ ਸਾਹਿਬ ਤੋਂ ਵੀ ਸੈਕਿੰਡ ਦੇ ਵਿੱਚ ਕਮੈਂਟਸ ਲਵਾਂਗਾ। ਪਰ ਇੱਕ ਸੰਖੇਪ ਦੇ ਵਿੱਚ ਗੱਲ ਕਿ ਕੇਂਦਰ ਤੇ ਪੰਜਾਬ ਦਾ ਜੋ ਟਕਰਾਅ ਬਣਿਆ, ਕਿਸਾਨ ਜਥੇਬੰਦੀਆਂ ਦੀ ਗੱਲ ਕਰ ਲਈਏ, ਸਰਕਾਰਾਂ ਦੀ ਗੱਲ ਕਰ ਲਈਏ, ਮਤਭੇਦ ਰਾਜਸੀ ਤੌਰ ਤੇ ਹੋ ਸਕਦੇ ਹੈ। ਜੇ ਟਕਰਾਅ ਚੱਲਦਾ ਰਿਹਾ ਗਰੇਵਾਲ ਸਾਹਿਬ, ਪੰਜਾਬ ਬਰਬਾਦੀ ਵੱਲ ਜਾ ਰਿਹਾ ਕਿ ਖੁਸ਼ਹਾਲੀ ਵੱਲ ਜਾ ਰਿਹਾ, ਇਹ ਟਕਰਾਅ ਰੋਕਣ ਦੀ ਜ਼ਰੂਰਤ ਹੈ ਕਿ ਨਹੀਂ ਹੈ? ਇਹ ਪੰਜਾਬੀ ਤੁਹਾਨੂੰ ਸੁਣ ਰਹੇ ਆ, ਜਾਨਣਾ ਚਾਹਣਗੇ। ਬਿਲਕੁਲ ਜ਼ਰੂਰਤ ਹੈਗੀ ਇਸ ਨੂੰ ਰੋਕਣ ਦੀ, ਔਰ ਇਹ ਰੋਕ ਸਕਦੇ ਆ ਕੈਪਟਨ ਅਮਰਿੰਦਰ ਸਿੰਘ ਔਰ ਮੋਦੀ ਜੀ, ਦੋਨੋਂ ਮਿਲ ਕੇ ਰੋਕ ਸਕਦੇ ਆ। ਥੈਂਕ ਯੂ ਵੈਰੀ ਮਚ। ਬਹੁਤ ਵੱਡੀ ਗੱਲ ਕਹੀ ਹੈ, ਬਹੁਤ ਵੱਡੀ ਗੱਲ। ਮੋਦੀ ਤੇ ਜਿਹੜਾ ਹੈਗਾ ਕੈਪਟਨ ਅਮਰਿੰਦਰ ਰੋਕ ਸਕਦੇ ਆ। ਸਿੰਗੜਾ ਜੀ ਸਮਾਂ ਵੀ ਨਹੀਂ ਹੈ, ਪਰ ਕਮੈਂਟਸ ਤੁਸੀਂ ਜ਼ਰੂਰ ਦਿਓ 2 ਸੈਕਿੰਡ ਲਈ। ਸਿੰਗੜਾ ਜੀ। ਸਿੱਧੂ ਸਾਹਿਬ, ਮੈਨੂੰ ਤਾਂ ਪਤਾ ਨਹੀਂ ਹੈ ਮੈਂ ਕਿਹੜੀ ਗੱਲ ਕਹਾਂ ਕਿਹੜੀ ਛੱਡਾਂ। ਕੇਂਦਰੀ ਮੰਤਰੀ ਨੇ ਸਮੇਤ ਪ੍ਰਧਾਨ ਮੰਤਰੀ ਤੇ ਸਮੇਤ ਕੇਂਦਰੀ ਮੰਤਰੀ ਝੂਠ ਹੀ ਬੋਲੀ ਜਾ ਰਹੇ ਆ। ਇਹ ਜਿਹੜਾ ਹੁਣ ਕੇਂਦਰ ਨੇ ਪੈਸਾ ਰੋਕਿਆ ਨਾ, ਜਿਹੜਾ ਇਹ ਪਤਾ ਕਿਹੜਾ ਆ? ਅਨੁਰਾਗ ਠਾਕਰ ਜੀ ਇੱਕ ਵਾਰੀ ਕਹਿ ਰਹੇ ਸੀ ਹੁਣ ਕਿਸਾਨਾਂ ਨੂੰ 8.5% ਟੈਕਸ ਨਹੀਂ ਦੇਣਾ ਪਏਗਾ। ਉਹ ਮੈਂ ਕਿਹਾ ਰੌਲਾ ਪਾਉਂਦਾ ਰਿਹਾ ਵੀ ਕਿਸਾਨਾਂ ਨੇ ਨਹੀਂ ਦੇਣਾ ਹੁੰਦਾ, ਉਹ ਕੇਂਦਰ ਸਰਕਾਰ ਦਿੰਦੀ ਆ। ਉਹ 8.5% ਵਿੱਚੋਂ ਇਹ 4.5% ਰੋਕ ਕੇ ਬਹਿ ਗਿਆ। ਹੁਣ ਇਹ ਉਹ ਟੈਕਸ ਹੈ। ਜੀ ਇਹ ਨੱਡਾ ਜੀ ਨੇ ਓਕੇ ਜੀ ਵੈਸਾ ਓਕੇ ਥੈਂਕ ਯੂ ਵੈਦ ਜੀ। ਇੱਕ ਲਾਜ਼ਮੀ ਨੱਡਾ ਜੀ ਹੁਣ ਵੀ ਕਹੀ ਜਾਂਦੇ ਕਿਸਾਨਾਂ ਨੂੰ ਆਜ਼ਾਦੀ ਦੇਤੀ। ਉਹ ਦੱਸਤਾ ਦਿਓ ਕਿਹੜੀ ਆਜ਼ਾਦੀ ਦੇਤੀ? ਤੁਸੀਂ ਜੰਜੀਰਾਂ ਪਾਤੀਆਂ ਕਿਸਾਨਾਂ ਦੇ ਪੈਰਾਂ 'ਚ। ਸੋ ਇਹ ਗੱਲਾਂ ਬਹੁਤ ਸਿੰਗੜਾ ਜੀ ਸਿੰਗੜਾ ਜੀ ਸਿੱਧੂ ਸਾਹਿਬ ਜਿਹੜੀ ਸੰਘੇੜਾ ਸਾਹਿਬ ਨੇ ਗੱਲ ਕੀਤੀ ਹੈ ਬਿਲਕੁਲ ਠੀਕ ਕੀਤੀ ਹੈ। ਗਰੇਵਾਲ ਸਾਹਿਬ, ਮੈਨੂੰ ਬਿਲਕੁਲ ਨਹੀਂ ਸਮਝ ਲੱਗਿਆ। ਜੇ ਮੈਂ ਤੁਹਾਨੂੰ ਸਮਾਂ ਹੋ ਗਿਆ, ਜੇ ਮੈਂ ਤੁਹਾਨੂੰ ਕਹਾਂ ਕਿ ਮੈਨੂੰ ਸਿਰਫ 2 ਪੁਆਇੰਟ ਦੱਸ ਦਿਓ ਇਸ ਐਕਟ ਵਿੱਚ ਕਿਸਾਨਾਂ ਦੇ ਹੱਕ ਵਿੱਚ, ਤਾਂ ਸ਼ਾਇਦ ਤੁਸੀਂ ਇੱਕ ਵੀ ਪੁਆਇੰਟ ਨਹੀਂ ਦੱਸ ਸਕੋਗੇ। ਮੇਰੀ ਤੁਹਾਨੂੰ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ, ਟਾਈਮ ਹੈ ਨਹੀਂ। ਬੀਜੇਪੀ ਜਿਹੜੀ ਪੰਜਾਬ ਦੀ ਹੈ, ਇਕੱਠੀ ਹੋ ਕੇ ਤੁਸੀਂ ਮੋਦੀ ਸਾਹਿਬ ਨੂੰ ਮਨਾਓ। ਇਹ ਜਿਹੜਾ ਕਾਲਾ ਕਾਨੂੰਨ ਹੈ ਇਹਨੂੰ ਵਾਪਸ ਲਿਆਓ, ਤਾਂ ਕਿ ਪੰਜਾਬ ਜਿਹੜਾ ਆਪਣਾ ਉਹ ਸ਼ਾਂਤੀ ਨਾਲ ਬਚ ਸਕੇ। ਇੰਨੀ ਕੁ ਬੇਨਤੀ ਹੈ, ਇੱਧਰ ਉੱਧਰ ਦੀਆਂ ਗੱਲਾਂ ਨਾ ਕਰੋ। ਕੋਈ ਬੈਨੀਫਿਟ ਨਹੀਂ ਹੈ ਐਕਟ ਦਾ। ਇਹ ਐਕਟ ਪੰਜਾਬ ਤੇ ਹਰਿਆਣਾ ਸਾਹਿਬ ਵਾਸਤੇ ਹੈ। ਜੀ ਗਰੇਵਾਲ ਸਾਹਿਬ ਨੇ ਇੱਕ ਕਮੈਂਟ ਇਹ ਵੀ ਦਿੱਤਾ, ਉਹਦੇ ਨਾਲ ਹੀ ਮੈਂ ਬਹਿਸ ਜਿਹੜੀ ਹੈਗੀ ਆਪਣੀ ਸਮਾਪਤ ਕਰਾਂਗਾ। ਇਹਨਾਂ ਨੇ ਇਹ ਵੀ ਕਮੈਂਟ ਦਿੱਤਾ ਕਿ ਪੰਜਾਬ ਨੂੰ ਸੰਕਟ ਚੋਂ ਮੋਦੀ ਤੇ ਕੈਪਟਨ ਅਮਰਿੰਦਰ ਦੋਨੇ ਕੱਢ ਸਕਦੇ ਆ। ਦੇਖੋ, ਕੈਪਟਨ ਅਮਰਿੰਦਰ ਸਿੰਘ ਤਾਂ ਲੱਗੇ ਹੋਇਆ, ਐਕਟ ਤਾਂ ਮੋਦੀ ਸਾਹਿਬ ਨੇ ਬਣਾਇਆ। ਮੈਂ ਤਾਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਪੰਜਾਬ ਦੇ ਹਿੱਤਾਂ ਵਾਸਤੇ ਗਰੇਵਾਲ ਸਾਹਿਬ, ਤੁਸੀਂ ਪੰਜਾਬ ਦੀ ਜਿਹੜੀ ਅੰਟਾਇਰ ਬੀਜੇਪੀ ਲੀਡਰਸ਼ਿਪ ਹੈ ਉੱਥੇ ਜਾ ਕੇ ਕਿਸਾਨਾਂ ਦਾ ਭਲਾ ਕਰਾਓ ਯਾਰ, ਆਪਣੇ ਪੰਜਾਬ ਦਾ ਭਲਾ ਹੋਊਗਾ। ਨਹੀਂ ਤਾਂ ਤੁਹਾਨੂੰ ਵੀ ਗਰੇਵਾਲ ਸਾਹਿਬ ਪਤਾ ਹੈ, ਤੁਸੀਂ ਕੋਈ ਤੁਸੀਂ ਬੜੇ ਪੜ੍ਹੇ ਲਿਖੇ ਬੜੇ ਸਿਆਣੇ ਬੰਦੇ ਹੋ, ਤੁਹਾਡਾ ਵੀ ਵਿਜ਼ਨ ਹੈ, ਤੁਹਾਨੂੰ ਵੀ ਪਤਾ ਕਿ ਕੀ ਠੀਕ ਹੈ ਤੁਸੀਂ ਚੈਨਲ ਤੇ ਬੈਠ ਕੇ ਉਹਨੂੰ ਨਹੀਂ ਕਰ ਸਕਦੇ, ਪਰ ਅੰਦਰ ਆਤਮਾ ਤਾਂ ਆਪਣੀ ਜਾਗਦੀ ਹੈ ਨਾ। ਸਾਰੇ ਬੀਜੇਪੀ ਦੇ ਲੀਡਰ ਇਕੱਠੇ ਹੋ ਕੇ ਮੋਦੀ ਸਾਹਿਬ ਕੋਲੇ ਜਾਓ, ਹੱਥ ਜੋੜੋ ਕਿ ਪੰਜਾਬ ਨਾਲ ਵਿਤਕਰਾ ਨਾ ਕਰੋ। ਇੰਨੀ ਕਿ ਸਾਡੀ ਬੇਨਤੀ। ਮਿਹਰਬਾਨੀ। ਇਸ ਮੁੱਦੇ ਤੇ ਆਉਣ ਲਈ ਮੈਂ ਆਪਣੇ ਤਿੰਨੇ ਜਿਹੜੇ ਸਤਿਕਾਰਤ ਮਹਿਮਾਨਾਂ ਦਾ, ਕੁਲਦੀਪ ਸਿੰਘ ਬੈਦ ਜੀ ਜਿਹੜੇ ਕਿ ਕਾਂਗਰਸ ਦੀ ਨੁਮਾਇੰਦਗੀ ਤਾਂ ਕਰਦੀ ਹੈ, ਕਦਾਵਾਰ MLA ਨੇ, ਹਰਜੀਤ ਸਿੰਘ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ, ਜਗਤਾਰ ਸਿੰਘ ਸਿੰਗੜਾ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ, ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ ਦੇ ਉੱਤੇ ਆਏ ਉਹਨਾਂ ਦਾ ਧੰਨਵਾਦੀ ਹੈ। ਪਰ ਬਹਿਸ ਦੇ ਵਿੱਚ ਇੱਕ ਸਵਾਲ ਜਿਹੜਾ ਸਾਰੇ ਛੱਡ ਕੇ ਜਾ ਰਹੇ, ਜੋ ਉੱਭਰ ਕੇ ਸਾਹਮਣੇ ਆ ਰਿਹਾ, ਉਹ ਹੈ ਕਿ ਪੰਜਾਬ ਇਸ ਵੇਲੇ ਬਹੁਤ ਵੱਡੇ ਸੰਕਟ ਦੇ ਦੌਰ 'ਚ ਗੁਜ਼ਰ ਰਿਹਾ ਹੈ। ਕੇਂਦਰ ਦਾ ਜਿਹੜਾ ਟਕਰਾਅ ਵਾਲਾ ਰਵੱਈਆ ਹੈ, ਚਾਹੇ ਉਹਦੇ ਲਈ ਮੋਦੀ ਜ਼ਿੰਮੇਵਾਰ ਹੈ ਜਾਂ ਕੈਪਟਨ ਅਮਰਿੰਦਰ ਨੂੰ ਵੀ ਕੋਈ ਪਹਿਲ ਕਦਮੀ ਕਰਨ ਦੀ ਜ਼ਰੂਰਤ ਹੈ।
ਪਰ ਸਵਾਲਾਂ ਦਾ ਸਵਾਲ ਇਹ ਹੈ ਕਿ ਚਾਹੇ ਕੈਪਟਨ ਅਮਰਿੰਦਰ ਹੈ, ਚਾਹੇ ਨਰਿੰਦਰ ਮੋਦੀ ਹੈ, ਅਗਰ ਪੰਜਾਬ ਬਰਬਾਦ ਹੁੰਦਾ ਹੈ ਤਾਂ ਦੇਸ਼ ਬਰਬਾਦ ਹੁੰਦਾ ਹੈ। ਰਾਜਨੀਤੀ ਤੋਂ ਉੱਪਰ ਉੱਠ ਕੇ ਇਸ ਮਸਲੇ ਦਾ ਫੌਰੀ ਤੌਰ ਤੇ ਹੱਲ ਕਰਨ ਦੀ ਜ਼ਰੂਰਤ ਹੈ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਮੈਂ ਮੁੜ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਤਾਂ ਹਾਂ ਹੀ, ਇਸ ਦੇ ਨਾਲ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।